ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਵਾਹਿਗੁਰੂ ਸਾਹਿਬ ਜੀ ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਬਾਵਨ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਨ ਹਾਰੇ। ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾਂ ਮਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਬਰ ਭੰਡਾ, ਕਰ ਕਰ ਰਖੇ ਧਾਰੇ। ਸਈ ਤੁਧਨੋ ਗਾਵੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਸਤਿਗੁਰੂ ਜੀ ਦੀ ਗੋਦ ਵਿੱਚ ਜੁੜ ਬੈਠੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ 27 ਨੰਬਰ ਪਾਵਨ ਪੌੜੀ ਦਾ ਪਾਠ ਸ਼ਰਵਣ ਕੀਤਾ ਹੈ। ਇਹ ਪਾਵਨ ਪੌੜੀ ਗੁਰੂ ਪਿਆਰ ਵਾਲਿਓ ਇਹਦੇ ਨਾਲ ਮਿਲਦੀ ਜੁਲਦੀ ਸ਼ਾਮ ਦੇ ਸਮੇਂ
ਸੰਧਿਆ ਦੇ ਸਮੇਂ 100 ਦਰ ਦਾ ਨਿਤਨੇਮ ਕਰਦੇ ਹਾਂ, ਜਿਸ ਨੂੰ ਅਸੀਂ ਰਹਿਰਾਸ ਵੀ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਪਾਵਨ ਪੌੜੀ ਜਿਹੜੀ ਉੱਥੇ ਸ਼ੁਰੂ ਹੁੰਦੀ ਹੈ। ਇਹਨਾਂ ਦੋਨਾਂ ਦੇ ਵਿੱਚ ਫਰਕ ਹੈ। ਉੱਥੇ 100 ਦਰ ਤੇਰਾ ਕਿਹਾ ਸੋ ਘਰ ਕਿਹਾ, ਇੱਥੇ ਸ਼ਬਦ ਜਿਹੜਾ 100 ਦਰ ਕਿਹਾ ਸਿੱਧਾ ਡਾਇਰੈਕਟ ਸ਼ਬਦ ਲਿਖਿਆ ਹੋਇਆ ਆ, ਤੇਰਾ ਸ਼ਬਦ ਇਹਦੇ ਵਿੱਚ ਨਹੀਂ ਵਰਤਿਆ। ਹੋਰ ਕਾਫੀ ਜਿਹੜੇ ਸ਼ਬਦ ਇਹਦੇ ਵਿੱਚ ਵਰਤੇ ਆ ਤੇ ਉਹਦੇ ਵਿੱਚ ਨਹੀਂ ਵਰਤੇ ਆ, ਪਰ ਹੈ ਦੋਵੇਂ ਸ਼ਬਦ ਇਹ ਗੁਰੂ ਨਾਨਕ ਸਾਹਿਬ ਜੀ ਦੇ। ਗੁਰੂ ਨਾਨਕ ਸਾਹਿਬ ਜੀ ਨੇ ਅੱਜ ਇਸ ਪਾਵਨ ਪੌੜੀ ਦੇ ਵਿੱਚ ਕੀ ਸਾਨੂੰ ਮਨੁੱਖੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ 26 ਨੰਬਰ ਪਾਵਨ ਪੌੜੀ ਦੀ ਵਿਚਾਰ ਸਾਂਝੀ ਕੀਤੀ ਸੀ, ਜਿਸ ਵਿੱਚ ਮਾਲਕ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਬਾਰੇ ਸਿਫਤ ਸਲਾਹ ਕਰਦਿਆਂ ਹੋਇਆਂ ਜੋ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦੇ ਗੁਣ ਵੀ ਅਮੁੱਲ ਹਨ, ਉਹਦਾ ਵਪਾਰ ਵੀ ਅਮੁੱਲ ਹੈ। ਤੇ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਵਪਾਰ ਕਰਦੇ ਹਨ, ਉਹਦੀ ਸਿਫਤ ਸਲਾਹ ਕਰਦੇ ਹਨ, ਉਹਨਾਂ ਦਾ ਜੀਵਨ ਵੀ ਕਹਿੰਦੇ ਅਮੁੱਲ ਬਣ ਜਾਂਦਾ ਹੈ, ਕੀਮਤੀ ਹੋ ਜਾਂਦਾ ਹੈ। ਤੇ ਉਹਨਾਂ ਦੇ ਜੀਵਨ ਦਾ ਵੀ ਕੋਈ ਮਨੁੱਖ ਜਿਹੜਾ ਮੁੱਲ ਨਹੀਂ ਪਾ ਸਕਦਾ। ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਖਰੀਦ ਨਹੀਂ ਸਕਦੀ, ਜਿਹੜੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਣ। ਸੰਸਾਰ ਵਿੱਚ ਬੜੇ ਆਏ ਜਿਹੜੇ ਅਕਾਲ ਪੁਰਖ ਵਾਹਿਗੁਰੂ ਬਾਰੇ ਬਿਆਨ ਕਰਨ ਦਾ ਯਤਨ ਕੀਤਾ, ਅੰਤ ਪਾਉਣ ਦਾ ਯਤਨ ਕੀਤਾ, ਪਰ ਜਿਹੜੇ ਉਹ ਆਪਣੇ ਇਸ ਕੰਮ ਦੇ ਵਿੱਚ ਸਫਲ ਨਹੀਂ ਹੋ ਪਾਏ। ਤੇ ਪਾਤਸ਼ਾਹ ਜੀ ਕਹਿੰਦੇ ਤੂੰ ਉਸ ਮਾਲਕ ਦੇ ਗੁਣਾਂ ਨੂੰ ਗਾ ਕੇ ਉਹਦੇ ਵਿੱਚ ਸਮਾ, ਉਹਦੇ ਵਿੱਚ ਲੀਨ ਹੋ ਜਾ, ਆਪਣੇ ਜੀਵਨ ਨੂੰ ਸਫਲਾ ਕਰ, ਤੇਰੇ ਜੀਵਨ ਦਾ ਨਿਸ਼ਾਨਾ ਇਹ ਮਕਸਦ ਹੋਵੇ। ਪਾਤਸ਼ਾਹ ਜੀ ਅੱਜ 27 ਨੰਬਰ ਪੌੜੀ ਵਿੱਚ ਵਿਚਾਰ ਰੱਖਦੇ ਹਨ। 100 ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। हे ਅਕਾਲ ਪੁਰਖ ਵਾਹਿਗੁਰੂ ਜੀ, हे ਪ੍ਰਮਾਤਮਾ ਜੀ, ਤੁਹਾਡਾ ਉਹ ਦਰ ਕਿਹੋ ਜਿਹਾ ਹੈ, ਤੁਹਾਡਾ ਉਹ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੁਸੀਂ ਸਾਰੇ ਸੰਸਾਰ ਦੀ ਪ੍ਰਤਪਾਲਣਾ ਕਰਦੇ ਹੋ, ਜਿੱਥੇ ਬੈਠ ਕੇ ਤੁਸੀਂ ਸਾਰੇ ਸੰਸਾਰ ਦੀ ਸੰਭਾਲ ਕਰਦੇ ਹੋ। ਉਹ ਪਰਮਾਤਮਾ ਦਾ ਦਰ ਤੇ ਘਰ। ਗੁਰੂ ਪਿਆਰ ਵਾਲਿਓ, ਸਾਨੂੰ ਬੜਾ ਭੁਲੇਖਿਆਂ ਵਿੱਚ ਪਾਇਆ ਗਿਆ। ਕੋਈ ਕਹਿੰਦਾ ਰੱਬ ਦਾ ਘਰ 7ਵੇਂ ਅਸਮਾਨ ਤੇ ਹੈ, ਕੋਈ ਕਹਿੰਦਾ ਰੱਬ ਦਾ ਘਰ ਕਿਸੇ ਪਾਸੇ ਆ, ਕੋਈ ਸਾਨੂੰ ਕਿਸੇ ਪਾਸੇ ਦੱਸ ਰਿਹਾ ਆ। ਪਰ ਪਾਤਸ਼ਾਹ ਜੀ ਦੀ ਬਾਣੀ ਅੰਦਰ ਬਚਨ ਆ, ਮਾਲਿਕ ਜੀ ਬਚਨ ਕਰਦੇ ਨੇ, ਦੱਖਣ ਦੇਸ਼ ਹਰੀ ਕਾ ਵਾਸਾ। ਹਿੰਦੂ ਲੋਕ ਇਹ ਆਖਦੇ ਸਨ ਕਿ ਦੱਖਣ ਦੇ ਇਲਾਕੇ ਵਿੱਚ ਹਰੀ ਦਾ ਵਾਸਾ ਹੈ, ਇੱਧਰ ਹਰੀ ਰਹਿੰਦਾ ਆ। ਪੱਛਮ ਅੱਲਾ ਮੁਕਾਮਾ। ਤੇ ਮੁਸਲਮਾਨ ਇਹ ਗੱਲ ਕਹਿੰਦੇ ਆ ਕਿ ਜਿਹੜਾ ਖੁਦਾ ਹੈ, ਜਿਹੜਾ ਅੱਲਾ ਹੈ, ਜਿਹੜਾ ਵਾਹਿਗੁਰੂ ਹੈ, ਉਹ ਜਿਹੜਾ ਪੱਛਮ ਦੇ ਇਲਾਕੇ ਵਿੱਚ ਰਹਿੰਦਾ ਆ, ਕਾਬੇ ਵਿੱਚ ਵਸਦਾ ਆ। ਪਰ ਪਾਤਸ਼ਾਹ ਜੀ ਨੇ ਉੱਥੇ ਸਵਾਲ ਵੀ ਕੀਤਾ, ਕਹਿੰਦੇ ਨੇ ਜੇਕਰ ਦੱਖਣ ਦੇ ਵਿੱਚ ਮਾਲਕ ਦਾ ਨਿਵਾਸ ਹੈ, ਪੱਛਮ ਦੇ ਵਿੱਚ ਅੱਲਾ ਰਹਿੰਦਾ ਆ, ਅੱਲਾ ਏਕ ਮਸੀਤ ਬਸਤ ਹੈ। ਜੇਕਰ ਅੱਲਾ ਇੱਕ ਜਿਹੜਾ ਪਰਮਾਤਮਾ ਹੈ, ਅੱਲਾ ਹੈ, ਕੇਵਲ ਇੱਕ ਮਸੀਤ ਵਿੱਚ ਰਹਿੰਦਾ ਆ, ਅਵਰ ਮੁਲਕ ਕਿਸ ਕੇਰਾ। ਕਹਿੰਦੇ ਬਾਕੀ ਮੁਲਕ ਜਿਹੜਾ ਕਿਹਦੇ ਸਿਰ ਤੇ ਜੀ ਰਿਹਾ ਆ, ਬਾਕੀ ਮੁਲਕ ਨੂੰ ਕੌਣ ਪਾਲ ਰਿਹਾ ਆ। ਭਾਵ ਕਿ ਉਹਨਾਂ ਨੇ ਇਹ ਜਿਹੜੇ ਘਰ ਰੱਬ ਦੇ ਦਰ ਜਿਹੜੇ ਇਹ ਨਿਸ਼ਚਿਤ ਕਰ ਲਏ ਕਿ ਭਾਈ ਇਹੀ ਰੱਬ ਦਾ ਘਰ ਹੈ, ਇਹੀ ਜਿਹੜਾ ਰੱਬ ਦਾ ਦਰ ਹੈ। ਜਿਵੇਂ ਅਸੀਂ ਇਹ ਗੱਲ ਸਮਝ ਲਈਏ ਕਿ ਅਸੀਂ ਇਹ ਗੱਲ ਕਹਿ ਦਈਏ ਭਾਈ ਇਹ ਗੁਰਦੁਆਰਾ ਹੀ ਇਕੱਲਾ ਰੱਬ ਦਾ ਘਰ ਹੈ, ਜਿਵੇਂ ਅਸੀਂ ਇਹ ਗੱਲ ਸਮਝ ਲਈਏ, ਜਿਵੇਂ ਉਹ ਕਹਿੰਦੇ ਕਿ ਭਾਈ ਸਾਡੇ ਮਸੀਤ ਵਿੱਚ ਰੱਬ ਰਹਿੰਦਾ ਆ, ਇਵੇਂ ਹੀ ਅੱਜ ਅਸੀਂ ਇਹ ਵੀ ਗੱਲ ਕਹਿੰਦੇ ਭਾਈ ਗੁਰਦੁਆਰੇ ਵਿੱਚ ਹੀ ਇਕੱਲਾ ਰੱਬ ਰਹਿੰਦਾ, ਹੋਰ ਪਾਸੇ ਅਸੀਂ ਸਮਝਦੇ ਨਹੀਂ। ਕਿਉਂਕਿ ਜੇਕਰ ਰੱਬ ਨੂੰ ਅਸੀਂ ਗੁਰਦੁਆਰੇ ਤੋਂ ਬਾਹਰ ਸਮਝੀਏ ਨਾ, ਜਿਵੇਂ ਸਾਡੇ ਮਨਾਂ ਵਿੱਚ ਇਹ ਡਰ ਬਣਿਆ ਹੋਇਆ ਕਿ ਗੁਰਦੁਆਰੇ ਜਾਣਾ, ਉੱਥੇ ਜਾ ਕੇ ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਗਾਲਾਂ ਨਹੀਂ ਕੱਢਣੀਆਂ, ਨਸ਼ਾ ਨਹੀਂ ਕਰਨਾ। ਤੇ ਗੁਰੂ ਪਿਆਰ ਵਾਲਿਓ, ਜੇ ਗੁਰਦੁਆਰੇ ਤੋਂ ਬਾਹਰ ਹੋ ਜਾਈਏ ਕਿ ਫਿਰ ਸਾਨੂੰ ਨਿੰਦਿਆ ਕਰਨੀ ਚਾਹੀਦੀ ਆ, ਫਿਰ ਸਾਨੂੰ ਚੁਗਲੀ ਕਰਨੀ ਚਾਹੀਦੀ ਆ, ਫਿਰ ਸਾਨੂੰ ਗਾਲਾਂ ਕੱਢਣੀਆਂ ਚਾਹੀਦੀਆਂ, ਨਸ਼ਾ ਕਰਨਾ ਚਾਹੀਦਾ। ਇਹ ਕੇਵਲ ਗੁਰਦੁਆਰਾ ਸਾਹਿਬ ਵਿੱਚ ਆ ਕੇ ਨਹੀਂ ਕਰਨਾ ਚਾਹੀਦਾ ਕਿ ਬਾਹਰ ਵੀ ਨਹੀਂ ਕਰਨਾ ਚਾਹੀਦਾ, ਇਹ ਸਾਨੂੰ ਵੇਖਣਾ ਪੈਣਾ। ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਸਾਡੇ ਸਿਰ 'ਤੇ ਦਸਤਾਰਾਂ ਹੁੰਦੀਆਂ ਨੇ, ਸਿਰ 'ਤੇ ਚੁੰਨੀਆਂ ਹੁੰਦੀਆਂ ਨੇ,
ਗੁਰਦੁਆਰੇ ਦਾ ਗੇਟ ਟੱਪਣ ਤੋਂ ਬਾਹਰ ਹੀ ਸਾਡੀਆਂ ਦਸਤਾਰਾਂ ਵੀ ਲਿੱਥ ਜਾਂਦੀਆਂ ਤੇ ਚੁੰਨੀਆਂ ਵੀ ਲਿੱਥ ਜਾਂਦੀਆਂ। ਇਹ ਸਾਨੂੰ ਵੇਖਣਾ ਪੈਣਾ। ਅਸੀਂ ਵੀ ਉਹਨਾਂ ਵਾਂਗੂ ਰੱਬ ਨੂੰ ਸਿਰਫ ਗੁਰਦੁਆਰੇ ਵਿੱਚ ਹੀ ਸਮਝ ਰਹੇ ਹਾਂ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੋਰ ਮੁਕਾਮਾ। ਕਹਿੰਦੇ ਭਲਿਆ ਆਪਣੇ ਦਿਲ ਦੇ ਵਿੱਚ ਉਹਨੂੰ ਖੋਜ, ਆਪਣੇ ਹਿਰਦੇ ਵਿੱਚ ਖੋਜ। ਕਹਿੰਦੇ ਇਹੀ ਜਿਹੜਾ ਉਸ ਰੱਬ ਦਾ ਨਿਵਾਸ ਆ। ਤੇਰਾ ਹਿਰਦਾ ਹੀ ਜਿਹੜਾ ਰੱਬ ਦਾ ਘਰ ਹੈ, ਰੱਬ ਦਾ ਦਰ ਹੈ। ਤੇਰਾ ਹਿਰਦਾ ਰੂਪੀ ਘਰ ਹੀ ਜਿਹੜਾ ਉਹ ਰੱਬ ਦਾ ਦਰ ਹੈ। ਤੇਰੇ ਅੰਦਰ ਜਿਹੜਾ ਰੱਬ ਵਸ ਰਿਹਾ ਆ। ਪਰ ਇਸ ਗੱਲ ਦੀ ਸਮਝ ਕਿਵੇਂ ਆਉਣੀ ਆ? ਪਾਤਸ਼ਾਹ ਜੀ ਬਚਨ ਕਰਦੇ ਨੇ, ਸਤਿਗੁਰ ਬਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ, ਜਿਸ ਦੀ ਕਿਰਪਾ ਦੇ ਨਾਲ, ਜਿਸ ਦੀ ਸਮਝ ਦੇ ਨਾਲ ਮੈਂ ਆਪਣੇ ਮਾਲਕ ਪ੍ਰਭੂ ਨੂੰ ਯਾਦ ਕਰਦਾ ਹਾਂ, ਸੰਭਾਲਦਾ ਹਾਂ। ਜਿਨ ਕਰ ਗਿਆਨ, ਮਾਲਿਕ ਜੀ ਕਹਿੰਦੇ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਪਾਤਸ਼ਾਹ ਜੀ ਕਹਿੰਦੇ ਜਿਸ ਮਾਲਕ ਨੇ ਮੈਨੂੰ ਉਪਦੇਸ਼, ਆਪਣੀ ਮੱਤ, ਗਿਆਨ ਦਾ ਸੁਰਮਾ ਜਿਹਨੇ ਮੇਰੀਆਂ ਅੱਖਾਂ ਵਿੱਚ ਪਾ ਦਿੱਤਾ, ਇੰਨੀ ਨੇਤਰੀ ਜਗਤ ਨਿਹਾਲਿਆ। ਪਾਤਸ਼ਾਹ ਕਹਿੰਦੇ ਨੇ ਫਿਰ ਇਹਨਾਂ ਅੱਖਾਂ ਦੇ ਨਾਲ ਮੈਂ ਸਾਰੇ ਜਗਤ ਦੀ ਅਸਲੀਅਤ ਸਾਰਾ ਪਤਾ ਲੱਗ ਗਿਆ ਕਿ ਉਹ ਮਾਲਕ ਜਿਹੜਾ ਇਸ ਸੰਸਾਰ ਵਿੱਚ ਰਹਿੰਦਾ, ਸਾਰੀ ਸ੍ਰਿਸ਼ਟੀ ਵਿੱਚ ਵਸਿਆ ਹੋਇਆ। ਇਹ ਕਦੋਂ ਪਤਾ ਲੱਗਾ? ਜਦੋਂ ਮੈਨੂੰ ਗੁਰੂ ਦਾ ਗਿਆਨ, ਗੁਰੂ ਦੀ ਸਮਝ, ਜਦੋਂ ਮੈਂ ਗੁਰੂ ਦੇ ਗਿਆਨ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾ ਲਿਆ। ਫਿਰ ਇਹਨਾਂ ਅੱਖਾਂ ਦੇ ਨਾਲ ਮੈਂ ਸਾਰੇ ਸੰਸਾਰ ਵਿੱਚ ਉਸ ਮਾਲਕ ਨੂੰ ਵੇਖਣ ਲੱਗ ਪਿਆ। ਮੈਨੂੰ ਇਵੇਂ ਪ੍ਰਤੀਤ ਹੋਣ ਲੱਗ ਪਿਆ ਕਿ ਇਹ ਸਾਰਾ ਸੰਸਾਰ ਹੀ ਰੱਬ ਦਾ ਘਰ ਆ, ਦਰ ਆ। ਪਾਤਸ਼ਾਹ ਜੀ ਬਾਣੀ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਵੇਖੋ ਜਦੋਂ ਸਤਿਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ ਨਾ, ਤੇ ਜੀਵਨ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਪਾਤਸ਼ਾਹ ਜੀ ਕਹਿੰਦੇ ਫਿਰ ਤੇਰੇ ਗਿਆਨ ਦੇ ਤੇਰੇ ਜੀਵਨ ਦੇ ਅੰਦਰ ਮਾਲਕ ਦੇ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਜਦੋਂ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਫਿਰ ਕੀ ਹੋਇਆ? ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਫਿਰ ਸਾਡੇ ਜੀਵਨ ਅੰਦਰ ਚਾਨਣ ਹੋ ਗਿਆ। ਫਿਰ ਸਾਨੂੰ ਸਾਰਾ ਸੰਸਾਰ ਹੀ ਚਾਨਣ ਭਰਿਆ ਨਜ਼ਰ ਆਉਣ ਲੱਗਾ। ਸਾਰੇ ਸੰਸਾਰ ਵਿੱਚ ਵੀ ਸਾਨੂੰ ਚਾਨਣ ਨਜ਼ਰ ਆਉਣ ਲੱਗਾ। ਜੋ ਸਾਡੇ ਜੀਵਨ ਅੰਦਰ ਸਾਨੂੰ ਜਿਹੜੀ ਉਹ ਰੱਬ ਦੀ ਜੋਤ, ਸਾਨੂੰ ਆਪਣੇ ਅੰਦਰ ਜੋਤ ਨਜ਼ਰ ਆ ਗਈ ਨਾ, ਤੇ ਗੁਰੂ ਪਿਆਰ ਵਾਲਿਓ ਸਾਰੇ ਸੰਸਾਰ ਵਿੱਚ ਸਾਨੂੰ ਰੱਬ ਦੀ ਜੋਤ ਨਜ਼ਰ ਆਵੇਗੀ। ਅਸੀਂ ਤਾਂ ਕੇਵਲ ਬਾਹਰੀ ਤੌਰ ਤੇ ਜੋਤਾਂ ਬਾਲ ਕੇ ਕੰਧਾਂ ਕਾਲੀਆਂ ਕਰੀਏਗੇ, ਪਰ ਜਿਹੜੀ ਜੋਤ ਸਤਿਗੁਰੂ ਨੇ ਅੰਦਰ ਗਿਆਨ ਦੀ, ਉਸ ਪ੍ਰਭੂ ਦੇ ਨਾਮ ਦੀ ਜੋਤ ਜਗਾਉਣ ਵਾਸਤੇ ਕਿਹਾ ਸੀ, ਉਹ ਤਾਂ ਅਸੀਂ ਜਗਾਈ ਨਹੀਂ। ਅਸੀਂ ਤਾਂ ਬਾਹਰੀ ਤੌਰ ਤੇ ਹੀ ਜੋਤਾਂ ਬਾਲ ਕੇ ਫਰਜ਼ ਪੂਰੇ ਕਰਦੇ ਨੇ, ਪਰ ਸਤਿਗੁਰੂ ਨੇ ਤਾਂ ਸਾਨੂੰ ਅੰਦਰ ਗਿਆਨ ਦੀ, ਪਰਮਾਤਮਾ ਦੇ ਨਾਮ ਦੀ ਜੋਤ ਜਗਾਉਣ ਵਾਸਤੇ, ਉਹ ਰੱਬੀ ਜੋਤ ਨੂੰ ਜਗਾਉਣ ਵਾਸਤੇ ਆਖਿਆ ਸੀਗਾ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜਦੋਂ ਮੈਨੂੰ ਗੁਰੂ ਤੋਂ ਗਿਆਨ ਸਮਝ ਮਿਲ ਗਿਆ, ਮੈਨੂੰ ਸਾਰੇ ਪਾਸਿਓਂ ਮਾਲਕ ਨਜ਼ਰ ਆਉਣ ਲੱਗ ਪਿਆ। ਪਾਤਸ਼ਾਹ ਜੀ ਦਾ ਬਚਨ ਆ, ਹੋ ਮਨ ਤਨ ਖੋਜੀ ਭਾਲ ਭਲਾਈ। ਕਹਿੰਦੇ ਮੈਂ ਆਪਣੇ ਮਨ ਵਿੱਚ, ਆਪਣੇ ਸਰੀਰ ਵਿੱਚ ਉਸ ਮਾਲਕ ਨੂੰ ਭਾਲ ਕੇ, ਭਾਲ ਕਰਾ ਕੇ ਕਹਿੰਦੇ ਉਹਨੂੰ ਖੋਜ ਰਿਹਾ ਆ। ਕਿਉਂ ਮਿਲੇ ਪਿਆਰਾ ਪ੍ਰੀਤਮ ਭਾਈ। ਕਿਉਂ ਪਿਆਰਾ ਪ੍ਰੀਤਮ ਜਿਹੜਾ ਮੈਨੂੰ ਕਿਵੇਂ ਮਿਲੇ, ਮੈਨੂੰ ਕਿਵੇਂ ਉਹਦੇ ਦਰਸ਼ਨ ਹੋਣ। ਮਾਲਕ ਜੀ ਕਹਿੰਦੇ ਮਿਲ ਸਤ ਸੰਗਤ ਖੋਜ ਦਸਾਈ। ਤੇ ਕਹਿੰਦੇ ਮੈਂ ਸੰਗਤ ਵਿੱਚ ਜਾ ਕੇ ਵੀ ਪੁੱਛਦਾ ਆ, ਸੰਗਤ ਵਿੱਚ ਜਾ ਕੇ ਵੀ ਮੈਂ ਖੋਜਦਾ ਉਸ ਮਾਲਕ ਨੂੰ। ਕਿਉਂ ਖੋਜਦਾ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਕਿਉਂਕਿ ਸੰਗਤ ਵਿੱਚ ਵੀ ਉਹ ਮਾਲਕ ਵਸਦਾ ਆ, ਸੰਗਤ ਵਿੱਚ ਵੀ ਉਹ ਵਾਹਿਗੁਰੂ ਵਸਦਾ ਆ। ਸੰਗਤ ਕਿਹੜੀ ਸੰਗਤ? ਹੁਣ ਸੰਗਤ ਮੰਨ ਲਓ ਅਸੀਂ ਗੁਰਦੁਆਰਾ ਸਾਹਿਬ ਵਿੱਚ ਵੀ ਬੈਠੇ ਆ ਕੇ ਇੱਥੇ ਅਸੀਂ ਆਪਣੀਆਂ ਗੱਲਾਂ ਕਰੀ ਜਾਈਏ, ਆ ਕੇ ਅਸੀਂ ਨਿੰਦਿਆ ਚੁਗਲੀ ਕਰੀ ਜਾਈਏ, ਉਹਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਸੰਗਤ ਕਿਹੜੀ ਆ? ਸਤਿਗੁਰੂ ਦੀ ਬਾਣੀ ਦਾ ਬਚਨ ਆ, ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਕਹਿੰਦੇ ਜਿੱਥੇ ਇੱਕ ਨਾਮ ਦੀ ਗੱਲ ਹੋਵੇ, ਜਿੱਥੇ ਜਿਸ ਸੰਗਤ ਵਿੱਚ ਗੁਰੂ ਦੀ ਬਾਣੀ ਪੜ੍ਹੀ ਜਾ ਰਹੀ ਹੋਵੇ, ਜਿਸ ਸੰਗਤ ਵਿੱਚ ਸੱਚ ਦੀ ਗੱਲ ਹੋਵੇ, ਉਹ ਸੰਗਤ ਭਾਵੇਂ ਕਿਸੇ ਗੁਰੂ ਘਰ ਤੋਂ ਭਾਵੇਂ ਬਾਹਰ ਵੀ ਹੋਣ,
ਉੱਥੇ ਵੀ ਜੇਕਰ 10-12 ਜਾਣੇ ਬੈਠ ਕੇ ਗੁਰੂ ਦੀ ਵਿਚਾਰ ਕਰਦੇ ਨਾ, ਸਮਝ ਲਓ ਉਹ ਵੀ ਸਤ ਸੰਗਤ ਕਰ ਰਹੇ ਆ। ਪਰ ਜੇਕਰ ਅਸੀਂ ਬਹੁਤ ਸਾਰਾ ਇਕੱਠ ਹੋਵੇ ਤੇ ਉੱਥੇ ਝੂਠ ਦੀ ਗੱਲ ਹੋਵੇ, ਨਿੰਦਿਆ ਚੁਗਲੀ ਹੋਵੇ, ਬੁਰਾਈ ਕੀਤੀ ਜਾ ਰਹੀ ਹੋਵੇ, ਉਹਨੂੰ ਸਤ ਸੰਗਤ ਨਹੀਂ ਕਿਹਾ ਜਾਂਦਾ। ਸਤ ਸੰਗਤ ਉਹੀ ਆ ਜਿੱਥੇ ਸੱਚ ਦੀ, ਸਤ ਸੰਗਤ, ਸਤ ਦਾ ਮਤਲਬ ਸੱਚ, ਜਿੱਥੇ ਸੱਚ ਦੀ ਵਿਚਾਰ ਹੋਵੇ, ਜਿੱਥੇ ਸੱਚ ਦੀ ਗੱਲ ਕੀਤੀ ਜਾ ਰਹੀ ਹੋਵੇ, ਜਿੱਥੇ ਸੱਚ ਦੇ ਵਾਸਤੇ ਹਾਮੀ ਭਰੀ ਜਾ ਰਹੀ ਹੋਵੇ, ਉਹਨੂੰ ਸਤ ਸੰਗਤ ਕਿਹਾ। ਤੇ ਮਾਲਿਕ ਜੀ ਕਹਿੰਦੇ ਇਹੋ ਜੀ ਸੰਗਤ ਵਿੱਚ ਪ੍ਰਭੂ ਵਸਦਾ ਹੈ, ਉਹ ਪ੍ਰਭੂ ਦਾ ਘਰ ਹੈ। ਸਾਨੂੰ ਪਾਤਸ਼ਾਹ ਜੀ ਨੇ ਕਿਸੇ ਭੁਲੇਖੇ 'ਚ ਨਹੀਂ ਰੱਖਿਆ। ਜਿਨ੍ਹਾਂ ਲੋਕਾਂ ਨੇ ਸਾਨੂੰ ਲੁੱਟਣਾ ਨਹੀਂ ਸੀ, ਧਰਮ ਦੇ ਨਾਂ 'ਤੇ ਲੁੱਟਣਾ ਸੀ, ਉਹਨਾਂ ਨੇ ਸਾਨੂੰ ਭੁਲੇਖਿਆਂ 'ਚ ਪਾਤਾ। ਕੋਈ ਕਹਿੰਦਾ ਭਾਈ ਰੱਬ ਦਾ ਆ, ਕੋਈ ਕਹਿੰਦਾ ਰੱਬ ਇੱਧਰ ਰਹਿੰਦਾ। ਜਿਵੇਂ ਅਸੀਂ ਪਹਿਲਾਂ ਵਿਚਾਰ ਕਰਕੇ ਆਏ ਨਾ, ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੀ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੇ ਪਾਰ। ਇਹ ਸਾਰੇ ਜਿਹੜੇ ਰਸਤੇ ਸੀ, ਉਹਨਾਂ ਲੋਕਾਂ ਨੇ ਸਾਨੂੰ ਰਸਤੇ ਦੱਸੇ। ਕੋਈ ਕਹਿੰਦਾ ਭਾਈ ਤੂੰ ਸੁਚਮਤਾ ਰੱਖ, ਕੋਈ ਕਹਿੰਦਾ ਭਾਈ ਤੂੰ ਚੁੱਪ ਰਹਿ, ਮੌਨ ਧਾਰਨ ਕਰ ਲੈ, ਤੈਨੂੰ ਰੱਬ ਮਿਲ ਜੂ। ਕੋਈ ਕਹਿੰਦਾ ਭਾਈ ਤੂੰ ਭੁੱਖਾ ਰਹਿ, ਤੈਨੂੰ ਰੱਬ ਮਿਲ ਜੂ। ਕੋਈ ਕਹਿੰਦਾ ਦੁਨੀਆ ਦੇ ਪਦਾਰਥ ਇਕੱਠੇ ਕਰ ਲਾ, ਸਿਆਣਪਾਂ ਵਰਤ, ਚਤਰਾਈਆਂ ਚਲਾਕੀਆਂ ਕਰ, ਤੈਨੂੰ ਰੱਬ ਮਿਲ ਜੂ। ਪਰ ਪਾਤਸ਼ਾਹ ਜੀ ਕਹਿੰਦੇ ਪਰ ਸਚਿਆਰਾ ਜੀਵਨ ਕਿਵੇਂ ਹੋਵੇਗਾ? ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਰੱਬ ਕਿਵੇਂ ਮਿਲਣਾ? ਉਹਦੀ ਰਜ਼ਾ ਵਿੱਚ ਤੁਰਨ ਕਰਕੇ। ਜੀਵਨ ਸਚਿਆਰਾ ਕਿਵੇਂ ਹੋਣਾ? ਉਹਦੀ ਰਜ਼ਾ ਵਿੱਚ ਤੁਰਨ ਕਰਕੇ। ਇਹ ਸਾਡੇ ਭੁਲੇਖੇ ਪਾਏ ਗਏ, ਸਾਨੂੰ ਇਸ ਤਰ੍ਹਾਂ ਦੇ ਰਾਹ ਦੱਸੇ ਗਏ, ਸਾਨੂੰ ਭਟਕਾਇਆ ਗਿਆ। ਰੱਬ ਦੇ ਅਸਲੀ ਘਰ ਬਾਰੇ ਦੱਸਿਆ ਨਹੀਂ ਗਿਆ, ਉਹਦੇ ਦਰ ਬਾਰੇ ਦੱਸਿਆ ਨਹੀਂ ਗਿਆ। ਤੇ ਪਾਤਸ਼ਾਹ ਦੀ ਬਾਣੀ ਵਿੱਚ ਹੀ ਬਚਨ ਆ, ਫਰੀਦਾ ਜੰਗਲ ਜੰਗਲ ਕਿਆ ਪਵੈ, ਬਣ ਕੰਡਾ ਮੋੜੈ, ਬੱਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੈ। ਕਹਿੰਦੇ ਰੱਬ ਤਾਂ ਤੇਰੇ ਹਿਰਦੇ ਵਿੱਚ ਵਸ ਰਿਹਾ ਆ, ਉਹ ਤਾਂ ਤੇਰੇ ਹਿਰਦੇ, ਤੇਰੇ ਜੀਵਨ ਵਿੱਚ ਵਸ ਰਿਹਾ ਆ। ਕਾਹੀ ਰੇ ਬਨ ਖੋਜਣ ਜਾਈ, ਜੰਗਲਾਂ ਵਿੱਚੋਂ ਰੱਬ ਨੂੰ ਲੱਭਣ ਵਾਸਤੇ ਕਿਉਂ ਜਾਣਾ। ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਹਿੰਦੇ ਉਹ ਮਾਲਕ ਵਾਹਿਗੁਰੂ ਜਿਹੜਾ ਸਾਰਿਆਂ ਵਿੱਚ ਵਸਿਆ ਹੋਇਆ ਆ, ਜਰੇ ਜਰੇ ਵਿੱਚ ਉਹਦਾ ਨਿਵਾਸ ਆ। ਪਾਤਸ਼ਾਹ ਦੀ ਬਾਣੀ ਪੜ੍ਹਦੇ ਆ, ਘਟ ਘਟ ਹਰ ਜੂੰ ਵਸੈ, ਸੰਤਨ ਕਹਿਓ ਪੁਕਾਰ। ਉਹ ਮਾਲਕ ਹਰੇਕ ਜਗ੍ਹਾ ਵਿਆਪਕ ਹੈ। ਤੇ ਗੁਰੂ ਪਿਆਰ ਵਾਲਿਓ, ਰੱਬ ਨੂੰ ਕਿਤੇ ਉਹਦਾ ਘਰ ਕਿਤੇ ਸਪੈਸ਼ਲ ਨਹੀਂ ਬਣਾਇਆ ਗਿਆ ਜਿੱਥੇ ਉਹ ਬੈਠ ਕੇ ਸੰਭਾਲ ਕਰਦਾ। ਸਾਡੇ ਹਿਰਦੇ ਵਿੱਚ ਬੈਠ ਕੇ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਇਹ ਸਾਰੀ ਸ੍ਰਿਸ਼ਟੀ ਜਿਹੜੀ ਕੁਦਰਤ ਨਾ, ਇਹਦੇ ਵਿੱਚ ਮਾਲਕ ਵਸਿਆ ਹੋਇਆ। ਕੁਦਰਤ ਕਰਕੇ ਵਸਿਆ ਸੋਏ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਕੁਦਰਤ ਵਿੱਚ ਵਸਿਆ ਹੋਇਆ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਇਹ ਸਾਰੀ ਕੁਦਰਤ ਤੇਰੀ ਆ, ਤੂੰ ਹੀ ਇਸ ਕੁਦਰਤ ਨੂੰ ਬਣਾਉਣ ਵਾਲਾ ਹੈ। ਇਹ ਸਾਰਾ ਸੰਸਾਰ ਹੀ ਜਿਹੜਾ ਮਾਲਕ ਦਾ ਘਰ ਹੈ, ਦਰ ਹੈ ਰੱਬ ਦਾ। ਤੇ ਪਾਤਸ਼ਾਹੀ ਦਾ ਬਚਨ ਆ, ਨਾ ਦੇਵ ਦਾਨਵਾ ਨਰਾ। ਕਹਿੰਦੇ ਨਾ ਦੇਵਤੇ, ਨਾ ਦਾਨਵ, ਨਾ ਸਿੱਧ ਸਾਧਕਾ ਧਰਾ, ਨਾ ਪੁੱਗੇ ਹੋਏ ਜੋਗੀ, ਜੋਗ ਸਾਧਨਾ ਕਰਨ ਵਾਲੇ। ਅਸਤ ਏਕ ਦਿਗਰ ਕੋਈ। ਕਹਿੰਦੇ ਸਦਾ ਇੱਥੇ ਰਹਿਣ ਵਾਲਾ ਕੌਣ ਹੈ? ਏਕ ਤੁਈ। ਕਹਿੰਦੇ ਇੱਕ ਪਰਮਾਤਮਾ ਹੀ ਸਦਾ ਰਹਿਣ ਵਾਲਾ, ਬਾਕੀ ਸਾਰੇ ਸੰਸਾਰ ਤੋਂ ਜਾਣ ਵਾਲੇ ਹੀ ਆ। ਇਹ ਸਾਰਾ ਸੰਸਾਰ, ਇਹ ਕੁਦਰਤ, ਇਹ ਸ੍ਰਿਸ਼ਟੀ ਜਿਹੜੀ ਆ ਉਸ ਮਾਲਕ ਦੀ ਰਚੀ ਹੋਈ ਆ, ਉਹ ਸਾਰਿਆਂ ਵਿੱਚ ਰਹਿ ਰਿਹਾ ਆ। ਕੋਈ ਉਹਦਾ ਘਰ ਵੱਖਰਾ ਅਸਮਾਨ ਉੱਤੇ ਨਹੀਂ ਬਣਿਆ ਹੋਇਆ ਜਿਵੇਂ ਦੂਜੇ ਧਰਮਾਂ ਦੇ ਗ੍ਰੰਥਾਂ ਨੇ ਦਾਅਵੇ ਕੀਤੇ ਆ। ਤੇ ਗੁਰੂ ਪਿਆਰ ਵਾਲਿਓ, ਕੋਈ ਕਹਿੰਦਾ ਰੱਬ 7ਵੇਂ ਅਸਮਾਨ 'ਤੇ ਆ, ਕੋਈ ਕਹਿੰਦਾ ਕਿਤੇ ਰਹਿ ਰਿਹਾ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਰੱਬ ਤਾਂ ਸਾਰੇ ਪਾਸੇ ਰਹਿ ਰਿਹਾ, ਉਹਦਾ ਨਿਵਾਸ ਸਾਰੇ ਪਾਸੇ ਆ। ਸੰਸਾਰ ਵਿੱਚ ਇਹੋ ਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਉਸ ਮਾਲਕ ਦਾ ਨਿਵਾਸ ਨਾ ਹੋਵੇ, ਹਰੇਕ ਜਗ੍ਹਾ ਹੈ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸੋ ਦਰ ਕੇਹਾ ਸੋ ਘਰ ਕੇਹਾ, ਜਿਤਵੈ ਸਰਬ ਸਮਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਮਾਲਕ ਜੀ ਕਹਿੰਦੇ ਨੇ, ਕਹਿੰਦੇ ਅਨੇਕਾਂ ਵਾਜੇ ਨੇ, ਅਨੇਕਾਂ ਵਾਜੇ ਨੇ। ਆ ਜੀਵ ਜੰਤ ਜਿਹੜੇ ਕੌਣ ਆ, ਇਹ ਸਾਰੇ ਕੀ ਆ? ਅਨੇਕਾਂ ਵਾਜੇ ਨੇ। ਇਹਨਾਂ ਨੂੰ ਵਜਾਉਣ ਵਾਲੇ ਵੀ ਕਹਿੰਦੇ ਅਨੇਕਾਂ ਨੇ। ਤੇ ਗੁਰੂ ਪਿਆਰ ਵਾਲਿਓ, ਸਾਡਾ ਜੀਵਨ ਵੀ ਇੱਕ ਬਾਜੇ ਦੀ ਤਰ੍ਹਾਂ ਆ। ਜਿਵੇਂ ਵੇਖੋ, ਬਾਜੇ ਦੇ ਵਿੱਚ ਹਵਾ ਭਰੇਗੀ ਨਾ ਤਾਂ ਬਾਜਾ ਜਿਹੜਾ ਆਵਾਜ਼ ਕਰੇਗਾ। ਹਮ ਤੇਰੇ ਜੰਤ ਤੂੰ ਬਜਾਵਣ ਹਾਰਾ। ਹੇ ਮਾਲਕ, ਅਸੀਂ ਜੀਵ
ਤੇਰੇ ਬਾਜੇ ਆ, ਤੂੰ ਸਾਨੂੰ ਵਜਾਉਣ ਵਾਲਾ ਆ, ਉਹ ਮਾਲਕ ਸਾਨੂੰ ਵਜਾ ਰਿਹਾ ਆ। ਤੇ ਗੁਰੂ ਪਿਆਰ ਵਾਲੇ, ਜੇਕਰ ਸਾਡੇ ਸਰੀਰ 'ਚ ਹਵਾ ਖਤਮ ਹੋ ਜਾਵੇ ਤੇ ਸਾਡਾ ਜੀਵਨ ਵੱਜ ਨਹੀਂ ਸਕਦਾ, ਫਿਰ ਅਸੀਂ ਆਵਾਜ਼ ਨਹੀਂ ਕਰ ਸਕਦੇ। ਜਿਵੇਂ ਵਾਜੇ ਨੂੰ ਵਜਾਉਣ ਵਾਸਤੇ ਹਵਾ ਦੀ ਲੋੜ ਪੈਂਦੀ ਆ ਤੇ ਉਹ ਵੱਜਦਾ ਆ, ਇਸੇ ਤਰ੍ਹਾਂ ਸਾਡਾ ਜੀਵਨ ਵੀ ਇੱਕ ਵਾਜੇ ਦੀ ਤਰ੍ਹਾਂ ਆ। ਇਹਨੂੰ ਵਜਾਉਣ ਵਾਲਾ ਕੌਣ ਆ? ਅਕਾਲ ਪੁਰਖ ਵਾਹਿਗੁਰੂ। ਪਾਤਸ਼ਾਹ ਕਹਿੰਦੇ ਨੇ ਅਨੇਕਾਂ, ਕਹਿੰਦੇ ਜਿਹੜੇ ਵਾਜੇ ਨੇ ਉਹਨਾਂ ਨੂੰ ਵਜਾਉਣ ਵਾਲੇ ਵੀ ਕਹਿੰਦੇ ਅਨੇਕਾਂ ਜੀਵ ਨੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਕਹਿੰਦੇ ਰਾਗ ਰਾਗਣੀਆਂ ਸਮੇਤ ਕਹਿੰਦੇ ਅਨੇਕਾਂ ਰਾਗ ਰਾਗਣੀਆਂ ਨੇ, ਜਿਨ੍ਹਾਂ ਨੂੰ ਕਹਿੰਦੇ ਬੇਅੰਤ ਜੀਵ ਕਹਿੰਦੇ ਗਾ ਰਹੇ ਨੇ, ਰਾਗਾਂ ਦੇ ਵਿੱਚ ਗਾ ਰਹੇ ਨੇ, ਤੇਰੀ ਸਿਫਤ ਸਲਾਹ ਕਰ ਰਹੇ ਨੇ। ਗੁਰੂ ਪਿਆਰ ਵਾਲਿਓ, ਰਾਗ ਦਾ ਅਰਥ ਕੀ ਹੁੰਦਾ ਆ? ਮਿਲਾਪ। ਰਾਗਾਂ ਵਿੱਚ ਸ਼੍ਰੀ ਰਾਗ ਹੈ, ਜੇ ਸੱਚ ਧਰੇ ਪਿਆਰ। ਕਹਿੰਦੇ ਸਾਰਿਆਂ ਰਾਗਾਂ ਵਿੱਚੋਂ ਸ਼੍ਰੀ ਰਾਗ ਮਹਾਨ ਹੈ। ਜੇਕਰ ਅਸੀਂ ਸੱਚ ਦੇ ਨਾਲ ਪਿਆਰ ਕਰੀਏ, ਸਾਡਾ ਉਹ ਗਾਇਆ ਹੋਇਆ ਰਾਗ ਵੀ ਸਫਲਾ ਹੈ। ਹੁਣ ਗੁਰੂ ਪਿਆਰ ਵਾਲਿਓ, ਜਿੰਨਾ ਚਿਰ ਮਨੁੱਖ ਰਾਗ ਵਿੱਚ ਨਾ ਗਾਵੇ, ਉਨਾ ਚਿਰ ਸਮਝ ਲਓ ਉਹ ਰੌਲਾ ਹੀ ਪਾ ਰਿਹਾ ਆ। ਭਾਵੇਂ 10-12 ਜਾਣੇ ਇਕੱਠੇ ਹੋ ਕੇ ਗਾਈ ਜਾਣ, ਪਰ ਜੇਕਰ ਰਾਗ ਵਿੱਚ ਨਹੀਂ ਗਾ ਰਹੇ ਤੇ ਉਹ ਰੌਲਾ ਪਾ ਰਹੇ ਆ। ਪਰ ਜਦੋਂ ਕੋਈ ਵੀ ਮਨੁੱਖ ਰਾਗ ਵਿੱਚ ਗਾਉਂਦਾ ਨਾ, ਫਿਰ ਸੁੰਦਰ ਲੱਗਦਾ, ਸੋਹਣਾ ਲੱਗਦਾ ਆ। ਇਸੇ ਤਰ੍ਹਾਂ ਗੁਰੂ ਪਿਆਰ ਵਾਲਿਓ, ਮਾਲਿਕ ਜੀ ਕਹਿੰਦੇ ਨੇ ਬੇਅੰਤ ਕਹਿੰਦੇ ਰਾਗ ਤੇ ਰਾਗਣੀਆਂ ਨੇ, ਜਿਨ੍ਹਾਂ ਨੂੰ ਜੀਵ ਕਹਿੰਦੇ, ਜਿਨ੍ਹਾਂ ਨੂੰ ਤੇਰੀ ਸਿਫਤ ਸਲਾਹ ਨੂੰ ਰਾਗਾਂ ਦੇ ਵਿੱਚ ਗਾ ਰਹੇ ਨੇ। ਗਾਉਣ ਵਾਲੇ ਵੀ ਕਹਿੰਦੇ ਬੇਅੰਤ ਨੇ। ਕਿ ਗਾਵੇ ਤੋਹਨੋ ਪਾਉਣ ਪਾਣੀ ਬੈ ਸੰਤਰ। ਹੁਣ ਪਾਤਸ਼ਾਹ ਜੀ ਨੇ ਅਗਲੀਆਂ ਪੰਕਤੀਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੋਇਆ, ਜਿਹੜੇ ਮਾਲਕ ਨੂੰ ਗਾ ਰਹੇ ਨੇ, ਜਿਹੜੇ ਉਹਨੂੰ ਧਿਆ ਰਹੇ ਨੇ, ਜਿਹੜੇ ਉਹਦੀ ਸਿਫਤ ਸਲਾਹ ਕਰ ਰਹੇ ਨੇ। ਪਾਤਸ਼ਾਹ ਜੀ ਵਚਨ ਕਰਦੇ ਨੇ, ਗਾਵੇ ਤੋਹਨੋ ਪਾਉਣ ਪਾਣੀ ਬੈ ਸੰਤਰ। ਪਾਉਣ ਹਵਾ, ਪਾਣੀ ਅੱਗ, ਬੈਸੰਤਰ ਦਾ ਅਰਥ ਕੀ? ਅੱਗ। ਇਹ ਵੀ ਕਹਿੰਦੇ ਤੈਨੂੰ ਗਾ ਰਹੇ ਨੇ। ਗਾਵੇ ਰਾਜਾ ਧਰਮ ਦੁਆਰੇ। ਕਹਿੰਦੇ ਧਰਮ ਰਾਜਾ, ਮਿਥਿਹਾਸ, ਹਿੰਦੂ ਮਿਥਿਹਾਸ ਦੇ ਮੁਤਾਬਕ ਇਹ ਗੱਲ ਕਹੀ ਜਾਂਦੀ ਕਿ ਕੋਈ ਇੱਕ ਧਰਮ ਰਾਜ ਜਿਹੜਾ ਬੈਠਾ ਹੋਇਆ ਉੱਪਰ, ਜਿਹੜੇ ਲੋਕਾਂ ਦੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਕਰਦਾ ਆ। ਪਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਲੋਕ ਇਸ ਨੂੰ ਮੰਨ ਰਹੇ ਆ ਕਿ ਭਾਈ ਧਰਮ ਰਾਜ ਨਾਂ ਦਾ ਕੋਈ ਵਿਅਕਤੀ ਜਿਹੜਾ ਉੱਪਰ ਬੈਠਾ ਹੋਇਆ, ਜਿਹੜਾ ਸਾਰਿਆਂ ਦਾ ਹਿਸਾਬ ਕਿਤਾਬ ਕਰਦਾ ਆ। ਪਰ ਪਾਤਸ਼ਾਹ ਜੀ ਕਹਿੰਦੇ ਉਹ ਧਰਮ ਰਾਜਾ ਵੀ ਜਿਹੜਾ ਖਲੋ ਕੇ ਉਸ ਮਾਲਕ ਦੀ ਵਡਿਆਈ ਕਰ ਰਿਹਾ, ਉਹ ਵੀ ਗਾ ਰਿਹਾ ਆ। ਗਾਵੇਂ ਚਿੱਤ ਗੁਪਤ ਲਿਖ ਜਾਣੈ। ਹੇ ਅਕਾਲ ਪੁਰਖ ਵਾਹਿਗੁਰੂ, ਚਿੱਤਰ ਗੁਪਤ, ਜਿਹੜੇ ਦੂਜਿਆਂ ਦਾ ਲੇਖਾ ਲਿਖਣਾ ਜਾਣਦੇ ਨੇ, ਜਿਹੜੇ ਸੰਸਾਰ ਦੇ ਦੁਨੀਆ ਦੇ ਕੀਤੇ ਹੋਏ ਕੰਮਾਂ ਦਾ ਲੇਖਾ ਜੋਖਾ ਕਰਦੇ ਨੇ। ਲਿਖ ਧਰਮ ਵਿਚਾਰੇ। ਮਾਲਿਕ ਜੀ ਕਹਿੰਦੇ ਉਹ ਵੀ ਲਿਖ ਕੇ ਉਸ ਅਕਾਲ ਪੁਰਖ ਦੀ ਵਿਚਾਰ ਕਰ ਰਹੇ ਨੇ। ਹੁਣ ਚਿੱਤਰ ਗੁਪਤ ਕੀ ਹੈ? ਚਿੱਤਰ ਦਾ ਮਤਲਬ ਕੀ ਹੈ? ਗੁਪਤ ਹੁੰਦਾ ਜਿਹੜੀ ਵਿਚਾਰ ਅਸੀਂ ਆਪਣੇ ਮਨ ਵਿੱਚ ਰੱਖੀ ਹੋਈ ਆ। ਕੋਈ ਵਿਚਾਰ ਆ, ਕੋਈ ਗੱਲਬਾਤ ਆ, ਉਹ ਸਾਡੇ ਮਨ ਵਿੱਚ ਅਜੇ ਹੈ। ਮੰਨ ਲਓ ਸਾਡੇ ਮਨ ਵਿੱਚ ਕੋਈ ਤਸਵੀਰ ਆ, ਕੋਈ ਮਤਲਬ ਜਿਹੜਾ ਤਸਵੀਰ ਬਣਾਉਣ ਵਾਲਾ ਨਾ, ਉਹ ਆਪਣੇ ਮਨ ਵਿੱਚ ਪਹਿਲਾਂ ਤਸਵੀਰ ਘੜਦਾ ਸੀ ਕਿਸ ਤਰ੍ਹਾਂ ਬਣਾਉਣੀ, ਉਹ ਗੁਪਤ ਆ ਅਜੇ ਤੱਕ। ਪਰ ਜਦੋਂ ਉਹਨੇ ਤਸਵੀਰ ਕਿਸੇ ਕਾਗਜ਼ 'ਤੇ ਬਣਾ ਦਿੱਤੀ, ਉਹ ਕੀ ਹੋ ਗਈ? ਚਿੱਤਰ। ਉਹਨੂੰ ਚਿੱਤਰ ਦਿੱਤਾ, ਉਹ ਸਾਹਮਣੇ ਪੇਸ਼ ਹੋ ਗਈ। ਪਰ ਇਹੋ ਜਿਹਾ ਕੁਝ ਨਹੀਂ ਹੈ ਕਿ ਚਿੱਤਰ ਗੁਪਤ ਸਾਡੇ ਮੋਢਿਆਂ 'ਤੇ ਬੈਠੇ ਹੋਏ ਆ, ਸਾਡਾ ਲੇਖਾ ਜੋਖਾ ਕਰਦੇ ਆ। ਇਹ ਸਾਰੇ ਜਿਹੜਾ ਦੂਜਿਆਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਪਰ ਗੁਰਬਾਣੀ ਜਿਹੜੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਕਿ ਕੋਈ ਧਰਮਰਾਜ ਜਿਹੜਾ ਉੱਪਰ ਬੈਠਾ ਹੋਇਆ। ਸਤਿਗੁਰਾਂ ਨੇ ਉਹਨਾਂ ਦੀਆਂ ਐਗਜ਼ੈਂਪਲਾਂ ਵਰਤੀਆਂ, ਉਹਨਾਂ ਦੀ ਬੋਲੀ ਵਿੱਚ ਉਹਨਾਂ ਨੂੰ ਸਮਝਾਇਆ ਆ। ਪਰ ਅਸੀਂ ਕੀ ਕੀਤਾ? ਜਿਵੇਂ ਗੁਰਬਾਣੀ ਵਿੱਚ ਸਵਰਗ, ਨਰਕ, ਧਰਮਰਾਜ, ਚਿੱਤਰਗੁਪਤ ਇੱਦਾਂ ਦੇ ਸ਼ਬਦ ਆਉਂਦੇ ਆ, ਪਾਤਸ਼ਾਹ ਜੀ ਨੇ ਉਹਨਾਂ ਦੇ ਸ਼ਬਦਾਂ ਨੂੰ ਵਰਤ ਕੇ ਉਹਨਾਂ ਨੂੰ ਸਮਝਾਇਆ, ਐਗਜ਼ੈਂਪਲਾਂ ਦਿੱਤੀਆਂ। ਪਰ ਗੁਰੂ ਪਿਆਰ ਵਾਲੇ, ਜਿਹੜਾ ਅਸਲੀ ਉਪਦੇਸ਼ ਸੀਗਾ ਨਾ, ਉਹ ਉਪਦੇਸ਼ ਅਸੀਂ ਲਿਆ ਨਹੀਂ। ਅਸੀਂ ਸਵਰਗ ਨਰਕ ਦੇ ਨਾਲ ਜੁੜ ਕੇ ਬਹਿ ਗਏ, ਅਸੀਂ ਜਮਦੂਤਾਂ ਦੇ ਨਾਲ ਜੁੜ ਕੇ ਬਹਿ ਗਏ। ਭਾਈ ਜਮਦੂਤ ਹੁੰਦੇ, ਵੱਡੇ ਵੱਡੇ ਸਿੰਘਾਂ ਵਾਲੇ ਜਮਦੂਤ ਹੁੰਦੇ, ਪਰ ਅਸਲ ਵਿੱਚ ਜਮਦੂਤ ਕੀ ਆ? ਵਿਕਾਰ, ਬੁਰਾਈ, 5 ਵਿਕਾਰ, ਇਹ ਜਮਦੂਤ ਨੇ। ਤੇ ਗੁਰੂ ਪਿਆਰ ਵਾਲਿਓ, ਸਵਰਗ ਨਰਕ ਕੀ ਹੈ? ਸਵਰਗ ਹੈ ਸੁੱਖ, ਨਰਕ ਕੀ ਹੈ? ਦੁੱਖ। ਜੇ ਜੀਵਨ ਦੇ ਅੰਦਰ ਸੁੱਖ ਆ ਤੇ ਜੀਵਨ ਸਵਰਗ ਵਰਗਾ,
ਜੇ ਜੀਵਨ 'ਚ ਦੁੱਖ ਆ ਤੇ ਜੀਵਨ ਨਰਕ ਵਰਗਾ ਆ। ਸਵਰਗ ਨਰਕ ਕੋਈ ਉੱਪਰ ਨਹੀਂ ਬਣਿਆ ਹੋਇਆ। ਸਵਰਗ ਨਰਕ ਇਹ ਸਾਰਾ ਸੰਸਾਰ ਜਿੱਥੇ ਅਸੀਂ ਰਹਿ ਰਹੇ ਹਾਂ ਇਹੀ ਸਵਰਗ ਆ, ਇੱਥੇ ਨਰਕ ਆ। ਪਰ ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਆਪਣੇ ਜੀਵਨ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਗੁਰੂ ਨਾਲ ਜੁੜਾਂਗੇ ਜੀਵਨ ਸਵਰਗ ਆ, ਗੁਰੂ ਨਾਲ ਜੀਵਨ ਨੂੰ ਤੋੜ ਦੇਵਾਂਗੇ ਤੇ ਜੀਵਨ ਨਰਕ ਬਣ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਨੇ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ। हे ਮਾਲਕ ਜੀ, ਈਸ਼ਰ ਸ਼ਿਵ ਜੀ ਵਰਗੇ, ਬ੍ਰਹਮਾ ਵਰਗੇ, ਦੇਵੀ ਦੇਵਤੇ ਵੀ ਮਾਲਕ ਜੀ ਜਿਹੜੇ ਤੇਰੇ ਸਵਾਰੇ ਹੋਏ ਆ ਉਹ ਵੀ ਤੈਨੂੰ ਗਾ ਰਹੇ ਆ, ਇਹ ਵੀ ਤੈਨੂੰ ਧਿਆ ਰਹੇ ਨੇ। ਸੰਸਾਰ ਦੇ ਲੋਕ ਇਹਨਾਂ ਦੀ ਪੂਜਾ ਕਰ ਰਹੇ ਪਰ ਇਹ ਤੈਨੂੰ ਧਿਆ ਰਹੇ ਨੇ। ਮਾਲਕ ਜੀ ਕਹਿੰਦੇ ਮੈਂ ਇਹਨਾਂ ਨੂੰ ਨਹੀਂ ਪੂਜਾਂਗਾ, ਮੈਂ ਤਾਂ ਸਿਰਫ ਡਾਇਰੈਕਟ ਉਸ ਮਾਲਕ ਦੀ ਬੰਦਗੀ ਕਰਾਂਗਾ ਜਿਹੜਾ ਸਾਰੇ ਸੰਸਾਰ ਵਿੱਚ ਵਸਿਆ ਹੋਇਆ ਆ। ਪਾਤਸ਼ਾਹ ਕਹਿੰਦੇ ਨੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ। ਕਹਿੰਦੇ ਇੰਦਰ ਦੇਵਤਾ ਜਿਹਨਾਂ ਲੋਕ ਕਹਿੰਦੇ ਭਾਈ ਇਹ ਬੱਦਲਾਂ ਦਾ ਦੇਵਤਾ ਆ, ਜਦੋਂ ਮੀਂਹ ਪਵੇ ਅਸੀਂ ਕਹਿੰਦੇ ਇੰਦਰ ਦੇਵਤਾ ਖੁਸ਼ ਹੋ ਗਿਆ। ਕਹਿੰਦੇ ਇੰਦ ਇੰਦਾਸਣ ਬੈਠੇ, ਕਹਿੰਦੇ ਆਪਣੇ ਆਸਣ ਉੱਤੇ ਆਪਣੇ ਤਖਤ ਉੱਤੇ ਬੈਠ ਕੇ ਦੇਵਤਿਆਂ ਦਰ ਨਾਲੇ, ਦੇਵਤਿਆਂ ਦੇ ਦਰ ਤੇ ਬਹਿ ਕੇ ਕਹਿੰਦੇ ਉਹ ਵੀ ਤੈਨੂੰ ਗਾ ਰਹੇ ਨੇ ਮਾਲਕ, ਤੈਨੂੰ ਧਿਆ ਰਹੇ ਨੇ। ਪਾਤਸ਼ਾਹ ਜੀ ਨੇ ਬਚਨ ਆਪਣੀ ਬਾਣੀ ਵਿੱਚ ਕਰਦੇ ਨੇ, ਕਹਿੰਦੇ ਰੋਗੀ ਬ੍ਰਹਮਾ ਵਿਸ਼ਨ ਸੁਰਿਦਰਾ ਰੋਗੀ ਸਗਲ ਸੰਸਾਰਾ। ਕਹਿੰਦੇ ਵੱਡੇ ਵੱਡੇ ਦੇਵਤੇ ਅਖਵਾਉਣ ਵਾਲੇ ਵਿਸ਼ਨੂੰ ਸ਼ਿਵ ਜੀ ਬ੍ਰਹਮਾ ਵਰਗੇ ਇਹ ਵੀ ਕਹਿੰਦੇ ਰੋਗੀ ਆ, ਇਹਨਾਂ ਨੂੰ ਵੀ ਹਉਮੈ ਦਾ ਰੋਗ ਲੱਗਾ ਹੋਇਆ, ਇਹ ਵੀ ਹਉਮੈ ਦੇ ਵਿੱਚ ਕਾਰ ਕਰ ਰਹੇ ਆ। ਹਰ ਪਦ ਚੀਨ ਭੇ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ। ਕਹਿੰਦੇ ਜੀਵਨ ਇਹਨਾਂ ਦਾ ਵੀ ਸੁਤੰਤਰ ਉਦੋਂ ਹੋਣਾ ਜਦੋਂ ਗੁਰੂ ਦੇ ਸ਼ਬਦ ਨਾਲ ਜੀਵਨ ਨੂੰ ਜੋੜਾਂਗੇ। ਇਹ ਵੀ ਰੋਗੀ ਹੋਏ ਪਏ ਨੇ ਹਉਮੈ ਦੇ ਰੋਗ ਵਿੱਚ, ਇਹਨਾਂ ਦਾ ਜੀਵਨ ਵੀ ਨਹੀਂ ਬਚਿਆ। ਮਾਲਕ ਜੀ ਕਹਿੰਦੇ ਨੇ ਇੰਦਰ ਵਰਗੇ, ਇੰਦਰ ਜਿਹੜਾ ਕਿ ਕਿਸੇ ਇਸਤਰੀ ਦੀ ਰਿਖੀ ਮੁਨੀ ਜਿਹੜਾ ਹੋਇਆ ਉਹਦੀ ਇਸਤਰੀ ਵੱਲ ਦੇਖ ਕੇ ਮੋਹਿਤ ਹੋ ਜਾਂਦਾ ਹੈ। ਇੰਦਰ ਦੇਖ ਲੁਭਾਇਆ, ਗੁਰੂ ਪਿਆਰ ਗੌਤਮ ਤਪਾ ਇਹ ਲਿਆ ਇੰਦਰ ਦੇਖ ਲੁਭਾਇਆ। ਗੌਤਮ ਰਿਸ਼ੀ ਹੋਇਆ, ਉਹਦੀ ਘਰਵਾਲੀ ਵੇਖ ਕੇ ਉਹਨੂੰ ਮੋਹਿਤ ਹੋ ਗਿਆ, ਮੁਗਧ ਹੋ ਗਿਆ ਤੇ ਗੌਤਮ ਰਿਸ਼ੀ ਨੇ ਇਹਨੂੰ ਸ਼ਰਾਪ ਦਿੱਤਾ, ਇਹਦਾ ਸਰੀਰ ਵੀ ਔਰਤ ਵਰਗਾ ਬਣ ਗਿਆ। ਤੇ ਗੁਰੂ ਪਿਆਰ ਵਾਲਿਓ ਪਾਤਸ਼ਾਹ ਦੀ ਬਾਣੀ ਅੰਦਰ ਸਭ ਕੁਝ ਲਿਖਿਆ ਹੋਇਆ, ਪਰ ਜਦੋਂ ਵਿਚਾਰਾਂਗੇ ਫਿਰ ਸਾਨੂੰ ਪਤਾ ਲੱਗੇਗਾ ਨਾ, ਫਿਰ ਸਾਨੂੰ ਸਮਝ ਲੱਗੀ ਕਿ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ। ਹੁਣ ਮਾਲਕ ਜੀ ਕਹਿੰਦੇ ਨੇ ਗਾਵੇਂ ਸਿੱਧ ਸਮਾਧੀ ਅੰਦਰ। ਕਹਿੰਦੇ ਸਿੱਧ ਜਿਹੜੇ ਆਪਣੇ ਆਪ ਨੂੰ ਪੁੱਗੇ ਹੋਏ ਸਮਝਦੇ ਸੀ, ਸਮਾਧੀਆਂ ਲਾ ਲਾ ਕੇ ਉਸ ਅਕਾਲ ਪੁਰਖ ਨੂੰ ਗਾ ਰਹੇ ਨੇ। ਗਾਵਨ ਸਾਧ ਵਿਚਾਰੇ, ਕਹਿੰਦੇ ਸਾਧ ਜਿਹੜੇ ਉਹ ਵੀ ਵਿਚਾਰ ਕੇ ਉਸ ਮਾਲਕ ਦੀ ਸਿਫਤ ਸਲਾਹ ਕਰ ਰਹੇ ਨੇ, ਗਾ ਰਹੇ ਨੇ ਸਾਰੇ। ਪਰ ਪ੍ਰਵਾਨ ਕਿਹੜਾ ਹੋਣਾ ਇਹ ਅਗਾਂਹ ਜਾ ਕੇ ਸਤਿਗੁਰੂ ਦੱਸਣਗੇ। ਗਾਵਨ ਜਤੀ ਸਤੀ ਸੰਤੋਖੀ। ਕਹਿੰਦੇ ਜਤੀ ਜਤ ਧਾਰੀ, ਸਤੀ ਲੋਕ ਦਾਨੀ ਲੋਕ ਸੰਤੋਖੀ ਲੋਕ। ਗਾਵੇਂ ਵੀਰ ਕਰਾਰੇ, ਕਹਿੰਦੇ ਵੀਰ ਸੂਰਮੇ, ਕਹਿੰਦੇ ਇਹ ਵੀ ਤੈਨੂੰ ਗਾ ਰਹੇ ਨੇ। ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਕਹਿੰਦੇ ਪੰਡਿਤ ਭਾਵ ਕਿ ਜਿਹੜੇ ਵਿਦਵਾਨ ਲੋਕ, ਜਿਹੜੇ ਵੇਦਾਂ ਨੂੰ ਪੜਨ ਵਾਲੇ, ਗ੍ਰੰਥਾਂ ਨੂੰ ਪੜਨ ਵਾਲੇ। ਰਖੀਸਰ ਦਾ ਅਰਥ ਹੈ ਰਿਸ਼ੀ ਮੁਨੀ, ਵੱਡੇ ਵੱਡੇ ਰਿਖੀ, ਕਿਉਂਕਿ ਜਿਹੜੇ ਵੱਡੇ ਵੱਡੇ ਰਿਖੀ ਉਹ ਗ੍ਰੰਥ ਲਿਖਦੇ ਸਨ ਤੇ ਜਿਹੜੇ ਵਿਦਵਾਨ ਲੋਕ ਪੰਡਿਤ ਲੋਕ ਉਹਨਾਂ ਨੂੰ ਪੜ੍ਹਦੇ ਸਨ, ਉਹਨਾਂ ਨੂੰ ਵਿਚਾਰਦੇ ਸਨ। ਜਿਵੇਂ ਵਾਲਮੀਕ ਰਿਸ਼ੀ ਵਾਲਮੀਕ ਜੀ ਜਿਨ੍ਹਾਂ ਨੇ ਗ੍ਰੰਥ ਲਿਖਿਆ। ਤੇ ਗੁਰੂ ਪਿਆਰ ਵਾਲਿਓ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਨੇ ਵੱਡੇ ਵੱਡੇ ਰਿਖੀ ਮਹਾਰਿਖੀ ਜਿਹੜੇ ਕਿ ਗ੍ਰੰਥ ਲਿਖਦੇ ਨੇ ਤੇ ਪੰਡਿਤ ਲੋਕ ਜਿਹੜੇ ਉਹ ਪੜ੍ਹਦੇ ਨੇ ਵਿਚਾਰਦੇ ਨੇ। ਪੰਡਿਤ ਸ਼ਬਦ ਜਿਹੜਾ ਵਿਦਵਾਨ ਵਾਸਤੇ ਵਰਤਿਆ ਗਿਆ ਆ। ਜੁਗ ਜੁਗ ਵੇਦਾਂ ਨਾਲੇ। ਮਾਲਿਕ ਜੀ ਕਹਿੰਦੇ ਜੁਗਾਂ ਜੁਗਾਂਤਰਾਂ ਤੋਂ ਵੇਦਾਂ ਦੇ ਨਾਲ ਕਹਿੰਦੇ ਤੈਨੂੰ ਗਾ ਰਹੇ ਨੇ, ਤੈਨੂੰ ਵਿਚਾਰ ਰਹੇ ਨੇ। ਗਾਵੇ ਮੋਹਣੀਆਂ ਮਨ ਮੋਹਨ, ਮੋਹਨ ਭਾਵ ਕਿ ਇਸਤਰੀਆਂ। ਕਹਿੰਦੀਆਂ ਪਾਤਸ਼ਾਹ ਕਹਿੰਦੇ ਜਿਹੜੀਆਂ ਇਸਤਰੀਆਂ ਨੂੰ ਦੇਖ ਕੇ ਮਨੁੱਖ ਮੋਹੇ ਜਾਂਦੇ ਨੇ। ਇੱਥੇ ਸ਼ਬਦ ਜਿਹੜਾ ਮੋਹਨ ਸ਼ਬਦ ਉਹਨਾਂ ਨੇ ਇਸਤਰੀ ਵਾਸਤੇ ਵਰਤਿਆ ਜਿਹੜੇ ਦੂਜੇ ਧਰਮਾਂ ਦੇ ਲੋਕਾਂ ਨੇ। ਪਾਤਸ਼ਾਹ ਜੀ ਕਹਿੰਦੇ ਸੁਰਗਾ ਮੱਛ ਪਿਆਲੇ। ਕਹਿੰਦੇ ਸੁਰਗ ਲੋਕ, ਸੁਰਗਾ ਹੁੰਦਾ ਸੁਰਗ ਲੋਕ, ਮੱਛ ਮਾਤ ਲੋਕ, ਪਿਆਲੇ ਪਾਤਾਲ ਲੋਕ। ਤਿੰਨ ਲੋਕ ਜਿਹੜੇ ਮੰਨੇ ਜਾਂਦੇ ਨੇ ਉਹਨਾਂ ਦੇ ਮੁਤਾਬਕ, ਦੂਜੇ ਧਰਮਾਂ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ। ਕਿਉਂਕਿ ਅਸੀਂ ਕੀ ਕੀਤਾ, ਅਸੀਂ ਜਿਹੜਾ ਦੂਸਰੇ ਧਰਮਾਂ ਦੀਆਂ ਜਿਹੜੀਆਂ ਸਾਖੀਆਂ ਸੀ ਨਾ ਦੇਵੀ ਦੇਵਤੀ ਦੀਆਂ,
ਅਸੀਂ ਗੁਰਮਤਿ ਦੇ ਵਿੱਚ, ਗੁਰਬਾਣੀ ਵਿੱਚ ਜੇਕਰ ਉਹਨਾਂ ਦੇ ਸ਼ਬਦ ਆਏ, ਉਹਨਾਂ ਦੇ ਨਾਂ ਵਰਤੇ ਪਾਤਸ਼ਾਹ ਨੇ, ਅਸੀਂ ਉਹਨਾਂ ਦੀਆਂ ਸਾਖੀਆਂ ਸੁਣਾਉਂਦੇ ਰਹੇ। ਪਰ ਗੁਰਬਾਣੀ ਦੀ ਜਿਹੜੀ ਅਸਲੀ ਵਿਚਾਰ ਸੀ, ਗੁਰਬਾਣੀ ਦੀ ਕਸਵੱਟੀ ਉੱਤੇ ਅਸੀਂ ਉਹ ਵਿਚਾਰ ਨਹੀਂ ਦਿੱਤੀ। ਅਸੀਂ ਗੁਰਬਾਣੀ ਦੇ ਮੁਤਾਬਕ ਇਤਿਹਾਸ ਨੂੰ ਨਹੀਂ ਬਾਚਿਆ, ਨਹੀਂ ਸੁਣਾਇਆ। ਜਿਹੜੀਆਂ ਝੂਠੀਆਂ ਸਾਖੀਆਂ ਸੀ, ਮਿਥਿਹਾਸ ਸੀ, ਉਹ ਸਾਡੇ ਵਿੱਚ ਪ੍ਰਚਾਰਿਆ ਗਿਆ। ਇਸ ਕਰਕੇ ਅਸੀਂ ਉਸ ਤਰ੍ਹਾਂ ਦੇ ਸਾਡਾ ਜੀਵਨ ਬਣ ਗਿਆ, ਉਸ ਤਰ੍ਹਾਂ ਅਸੀਂ ਕਰਮ ਕਾਂਡ, ਵਹਿਮ ਭਰਮ ਕਰਨ ਲੱਗ ਪਏ। ਪਰ ਗੁਰਬਾਣੀ ਜਿਹੜੀ ਹੈ, ਗੁਰਬਾਣੀ ਸੱਚ ਨੂੰ ਸਾਡੇ ਸਾਹਮਣੇ ਰੱਖਦੀ ਹੈ। ਜਦੋਂ ਵੀ ਅਸੀਂ ਇਤਿਹਾਸ ਦੀ ਗੱਲ ਕਰਨੀ ਹੋਵੇ, ਉਹਨੂੰ ਗੁਰਬਾਣੀ ਦੇ ਨਾਲ ਜੋੜ ਕੇ ਵੇਖੋ ਕਿ ਗੁਰਬਾਣੀ ਆਹ ਵਿਚਾਰ ਕਹਿੰਦੀ ਹੈ, ਇਤਿਹਾਸ ਆਹ ਕਹਿੰਦਾ। ਇਹ ਗੁਰਬਾਣੀ ਜਿਹੜੀ ਆ, ਇਸ ਇਤਿਹਾਸ ਨੂੰ ਮਿਲਾ ਕੇ ਜਿਹੜਾ ਇਤਿਹਾਸ ਹੈ, ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਅਸੀਂ ਫੇਰ ਸੁਣਾਉਣਾ ਆ। ਨਹੀਂ ਤਾਂ ਇਤਿਹਾਸ ਦੇ ਵਿੱਚ ਬੜੀ ਮਿਲਾਵਟ ਹੈ, ਕਿਉਂਕਿ ਗੁਰਬਾਣੀ ਸਾਡੇ ਕੋਲ ਹੂਬਹੂ ਉਸੇ ਤਰ੍ਹਾਂ ਮੌਜੂਦ ਹੈ। ਪਰ ਇਤਿਹਾਸ ਤਾਂ ਕਈ ਵਿਦਵਾਨਾਂ ਨੇ ਲਿਖਿਆ, ਮਨੁੱਖਾਂ ਨੇ ਲਿਖਿਆ, ਉਹਦੇ ਵਿੱਚ ਮਿਲਾਵਟ ਵੀ ਹੈ, ਸਹੀ ਵੀ ਹੈ। ਪਰ ਜੇਕਰ ਸਾਡੇ ਕੋਲ ਗੁਰਬਾਣੀ ਦੀ ਸੋਚ ਹੋਵੇਗੀ ਨਾ, ਅਸੀਂ ਮਿਲਾਵਟ ਹੋਏ ਇਤਿਹਾਸ ਵਿੱਚੋਂ ਵੀ ਸਹੀ ਇਤਿਹਾਸ ਲੱਭ ਲਵਾਂਗੇ। ਪਾਤਸ਼ਾਹ ਕਹਿੰਦੇ ਨੇ, ਗਾਵੇਂ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ। हे ਮਾਲਕ, ਤੇਰੇ ਪੈਦਾ ਕੀਤੇ ਹੋਏ ਰਤਨ ਵੀ 68 ਤੀਰਥ ਨਾਲੇ 68 ਤੀਰਥਾਂ ਦੇ ਨਾਲ ਗਾ ਰਹੇ ਨੇ। ਗਾਵੇਂ ਜੋਧ ਮਹਾਬਲ ਸੂਰਾ, ਕਹਿੰਦੇ ਜੋਧੇ ਮਹਾਬਲ ਸੂਰਮੇ, ਵੱਡੇ ਵੱਡੇ ਮਹਾਬਲੀ ਸੂਰਮੇ। ਗਾਵੇਂ ਖਾਣੀ ਚਾਰੇ, ਚਾਰ ਖਾਣੀਆਂ, ਇਹ ਚਾਰ ਖਾਣੀਆਂ ਦੇ ਲੋਕ ਵੀ ਤੈਨੂੰ ਗਾ ਰਹੇ ਨੇ। ਚਾਰ ਖਾਣੀਆਂ ਕਿਹੜੀਆਂ ਨੇ? ਅੰਡਜ, ਜੇਰਜ, ਸੇਤਜ, ਉਤਪੁਜ। ਇਹ ਜਿਹੜੀਆਂ ਚਾਰ ਖਾਣੀਆਂ ਨੇ, ਚਾਰ ਖਾਣੀ ਮੰਨਿਆ ਜਾਂਦਾ। ਇਹਨਾਂ ਚਾਰ ਖਾਣੀਆਂ ਤੋਂ ਕਹਿੰਦੇ ਸੰਸਾਰ ਪੈਦਾ ਹੋਇਆ। ਅੰਡਜ, ਅੰਡੇ ਤੋਂ ਪੈਦਾ ਹੋਣ ਵਾਲੇ ਜੀਵ। ਜੇਰਜ, ਜੇਰ ਤੋਂ ਪੈਦਾ ਹੋਣ ਵਾਲੇ ਜੀਵ। ਸੇਤਜ, ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵ। ਉਤਪੁਜ, ਜਿਹੜੇ ਆਪਣੇ ਆਪ ਤੋਂ ਪੈਦਾ ਹੋਣ ਵਾਲੇ ਜੀਵ। ਇਹ ਚਾਰ ਖਾਣੀਆਂ ਮੰਨੀਆਂ ਗਈਆਂ। ਮਾਲਿਕ ਜੀ ਕਹਿੰਦੇ ਇਹ ਵੀ ਤੈਨੂੰ ਗਾ ਰਹੇ ਨੇ। ਗਾਵੇਂ ਖੰਡ ਮੰਡਲ ਬਰ ਭੰਡਾ, ਕਰ ਕਰ ਰੱਖੇ ਤਾਰੇ। हे ਮਾਲਕ, ਜਿਹੜੇ ਖੰਡ ਮੰਡਲ ਬਰ ਭੰਡਾ, ਬ੍ਰਹਿਮੰਡ ਜਿਹੜੇ ਤੇਰੇ ਟਿਕਾਏ ਹੋਏ ਆ, ਜਿਹੜੇ ਤੇਰੇ ਧਰੇ ਹੋਏ ਆ, ਜਿਹੜੇ ਟਿਕਾਏ ਹੋਏ ਆ, ਧਰੇ ਹੋਏ ਆ, ਕਰ ਕਰ ਰੱਖੇ ਧਾਰੇ। ਖੰਡ ਕੀ ਹੈ? ਖੰਡ ਕਹਿੰਦੇ ਟੁਕੜੇ ਨੂੰ। ਹੁਣ ਦੇਖੋ ਘਰਾਂ ਵਿੱਚ ਖੰਡ ਵਰਤਦੇ ਨਾ, ਖੰਡ ਦੇ ਨਿੱਕੇ ਨਿੱਕੇ ਟੁਕੜੇ ਹੁੰਦੇ, ਉਹਨੂੰ ਖੰਡ ਤਾਂ ਕਿਹਾ ਜਾਂਦਾ ਕਿਉਂਕਿ ਨਿੱਕੇ ਨਿੱਕੇ ਟੁਕੜੇ ਆ। ਇਸੇ ਤਰ੍ਹਾਂ ਅਸੀਂ ਵੀ ਖੰਡ ਆ, ਅਸੀਂ ਵੀ ਕੁਦਰਤ ਦਾ ਇੱਕ ਹਿੱਸਾ ਆ, ਇੱਕ ਟੁਕੜਾ ਆ। ਅਸੀਂ ਪੂਰੀ ਕੁਦਰਤ ਨਹੀਂ ਹੈ, ਅਸੀਂ ਜਿਹੜੇ ਉਸ ਮਾਲਕ ਦੇ ਇੱਕ ਟੁਕੜੇ ਆ, ਇੱਕ ਹਿੱਸਾ ਆ। ਮੰਡਲ, ਮੰਡਲ ਕਿਹਨੂੰ ਕਹਿੰਦੇ? ਜਦੋਂ ਸਾਰੇ ਖੰਡ ਮਿਲ ਕੇ ਇੱਕ ਮੰਡਲ ਬਣਦੇ ਆ। ਜਿਵੇਂ ਵੇਖੋ ਤਾਰਾ ਨਾ, ਅਸਮਾਨ ਦੇ ਵਿੱਚ ਤਾਰੇ ਹੁੰਦੇ, ਇੱਕ ਤਾਰਾ ਜਿਹੜਾ ਖੰਡ ਆ, ਉਹਨਾਂ ਸਾਰੇ ਤਾਰਿਆਂ ਦੇ ਸਮੂਹ ਨੂੰ ਮੰਡਲ ਕਿਹਾ ਜਾਂਦਾ ਆ। ਤੇ ਸਾਰੇ ਮੰਡਲ ਮਿਲ ਕੇ ਇੱਕ ਬਣਦਾ ਬ੍ਰਹਿਮੰਡ, ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ ਬਣਦਾ ਹੈ। ਇਹਨੂੰ ਬ੍ਰਹਿਮੰਡ ਕਹਿੰਦੇ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜਿਹੜਾ ਪ੍ਰਮਾਤਮਾ ਬ੍ਰਹਿਮੰਡ ਵਿੱਚ ਵਸਦਾ ਆ, ਉਹੀ ਸਾਡੇ ਹਿਰਦੇ ਵਿੱਚ ਵਸਦਾ। ਜਿਹੜਾ ਇਹਨੂੰ ਖੋਜੇਗਾ ਉਹ ਇਹਨੂੰ ਪ੍ਰਾਪਤ ਕਰ ਲਵੇਗਾ। ਖੰਡ ਮੰਡਲ ਬਰ ਭੰਡਾ। ਹੁਣ ਅਸੀਂ ਖੰਡਾ ਕਹਿੰਦੇ ਆ। ਖੰਡਾ ਕਿਉਂ ਕਹਿੰਦੇ? ਕਿਉਂਕਿ ਖੰਡਾ ਵੀ ਜਿਹੜਾ ਨਿੱਕੇ ਨਿੱਕੇ ਟੁਕੜੇ ਕਰਦਾ ਆ, ਖੰਡਾ ਵੀ ਜਿਹੜਾ ਟੁਕੜੇ ਕਰਦਾ ਆ, ਇਸ ਕਰਕੇ ਇਹਨੂੰ ਖੰਡਾ ਸ਼ਬਦ ਜਿਹੜਾ ਵਰਤਿਆ ਗਿਆ। ਮਾਲਿਕ ਜੀ ਕਹਿੰਦੇ ਇਹ ਖੰਡ ਮੰਡਲ ਬ੍ਰਹਿਮੰਡ ਵੀ ਤੈਨੂੰ ਗਾ ਰਹੇ ਨੇ। ਸਈ ਤੁਧਨੋਂ ਗਾਵੇਂ। ਪਾਤਸ਼ਾਹ ਜੀ ਨੇ ਹੁਣ ਜਿਹੜੀ ਵਿਚਾਰ ਸਤਿਗੁਰੂ ਦੱਸਣਾ ਚਾਹੁੰਦੇ ਨਾ, ਹੁਣ ਸਾਰਿਆਂ ਦੀ ਗਿਣਤੀ ਕਰਤੀ ਕਿ ਭਾਈ ਆ ਫਲਾਣੇ ਗਾ ਰਹੇ ਨੇ, ਈਸ਼ਰ ਬ੍ਰਹਮਾ ਵਰਗੇ ਗਾ ਰਹੇ ਨੇ, ਦੇਵੀ ਦੇਵਤੇ ਗਾ ਰਹੇ ਨੇ, ਸਿੱਧ ਸਮਾਧੀਆਂ ਲਾਉਣ ਵਾਲੇ ਗਾ ਰਹੇ ਨੇ, ਜਿਹੜੇ ਮਾਤ ਲੋਕ ਵਿੱਚ ਰਹਿਣ ਵਾਲੇ ਇਹ ਤੈਨੂੰ ਗਾ ਰਹੇ ਨੇ, ਮੋਹਣੀਆਂ ਇਸਤਰੀਆਂ ਨੂੰ ਮੋਹ ਲੈਣ ਵਾਲੇ ਜਿਹੜੇ ਉਹ ਵੀ ਤੈਨੂੰ ਗਾ ਰਹੇ ਨੇ। ਇਹ ਸਾਰੇ ਗਾ ਰਹੇ ਨੇ, ਪਰ ਮਾਲਿਕ ਜੀ ਤੈਨੂੰ ਕਿਹੜੇ ਚੰਗੇ ਲੱਗਦੇ? ਪਾਤਸ਼ਾਹ ਕਹਿੰਦੇ ਸਈ ਤੁਧਨੋਂ ਗਾਵੇਂ ਜੋ ਤੁਧ ਭਾਵਨ। ਕਹਿੰਦੇ ਉਹਨਾਂ ਦਾ ਗਾਇਆ ਹੋਇਆ ਸਫਲਾ ਹੈ, ਉਹੀ ਤੈਨੂੰ ਚੰਗੇ ਲੱਗਦੇ ਜਿਹੜੇ ਤੈਨੂੰ ਭਾਉਂਦੇ ਨੇ। ਤੇ ਭਾਉਂਦੇ ਕਿਹੜੇ ਆ? ਰੱਤੇ ਤੇਰੇ ਭਗਤ ਰਸਾਲੇ। ਕਹਿੰਦੇ ਜਿਹੜੇ ਤੇਰੇ ਭਗਤ ਆ, ਜਿਹੜੇ ਤੇਰੇ ਨਾਮ ਦੇ ਵਿੱਚ ਰੱਤੇ ਹੋਏ ਆ। ਗਾਣ ਨੂੰ ਤਾਂ ਸਾਰੇ ਗਾ ਰਿਹਾ, ਹੁਣ ਇਹ ਵੀ ਗਾ ਰਹੇ ਨਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਤਿਨਾ ਅੰਤਰ ਕਪਟ ਵਿਕਾਰ ਹੈ, ਰੋਏ ਕਿਆ ਕੀਜੇ। ਮਾਲਿਕ ਜੀ ਕਹਿੰਦੇ ਗਾ ਤਾਂ ਇਹ ਵੀ ਰਹੇ, ਪਰ ਅੰਦਰ ਕੀ ਕਪਟ ਆ, ਵਿਕਾਰ ਆ। ਇਹ ਸਮਝ ਲਓ ਰੋ ਰਹੇ ਆ।
ਜੇਕਰ ਅਸੀਂ ਵੀ ਬਾਣੀ ਗਾ ਰਹੇ ਹਾਂ, ਪੜ੍ਹ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਸਾਡੀ ਪੜ੍ਹੀ ਹੋਈ ਗਾਈ ਹੋਈ ਬਾਣੀ ਪ੍ਰਵਾਨ ਹੋ ਜਾਵੇਗੀ। ਉਦੋਂ ਪ੍ਰਵਾਨ ਹੋਵੇਗੀ ਜਦੋਂ ਸਾਡਾ ਹਿਰਦਾ ਵੀ ਗਾ ਰਿਹਾ ਹੋਵੇਗਾ। ਹੁਣ ਇਹ ਸਾਰੇ ਗਾ ਰਹੇ, ਪਰ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਨਾਮ ਦੇ ਵਿੱਚ ਰੱਤੇ ਹੋਇਆ, ਸੱਚ ਦੇ ਵਿੱਚ ਰੰਗੇ ਹੋਏ, ਉਹਨਾਂ ਦਾ ਗਾਇਆ ਹੋਇਆ ਪ੍ਰਵਾਨ ਹੈ। ਹੋਰ ਕੇਤੇ ਗਾਵਨ, ਕਹਿੰਦੇ ਹੋਰ ਵੀ ਆ, ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਤੈਨੂੰ ਗਾ ਰਹੇ ਨੇ। ਸੇ ਮੈਂ ਚਿਤਨਾਵਨ, ਮਾਲਕ ਜੀ ਕਹਿੰਦੇ ਮੇਰੇ ਚੇਤੇ ਵਿੱਚ ਨਹੀਂ ਹੈ। ਵੇਖੋ ਇੰਨੀ ਵੱਡੀ ਉਸ ਮਾਲਕ ਦੀ ਕੁਦਰਤ ਸ੍ਰਿਸ਼ਟੀ ਹੈ। ਨਾਨਕ ਕਿਆ ਵਿਚਾਰੇ, ਕਹਿੰਦੇ ਨਾਨਕ ਕੀ ਵਿਚਾਰ ਕਰ ਸਕਦਾ ਆ, ਨਾਨਕ ਤੁਹਾਡੀ ਕੁਦਰਤ ਦੀ ਕੀ ਵਿਚਾਰ ਕਰ ਸਕਦਾ ਆ। ਇਹ ਤਾਂ ਮੈਂ ਕੁਝ ਵੀ ਬਿਆਨ ਨਹੀਂ ਕੀਤਾ। ਮਾਲਕ ਦੀ ਤੇਰੀ ਕੁਦਰਤ ਤਾਂ ਬਹੁਤ ਵੱਡੀ, ਜਿੱਥੇ ਬਹੁਤ ਗਾ ਰਹੇ ਨੇ। ਸੋਈ ਸੋਈ ਸਦਾ ਸੱਚ, ਮਾਲਕ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਦਾ ਰਹਿਣ ਵਾਲਾ ਆ, ਉਹਦਾ ਨਿਵਾਸ ਵੀ ਸਦਾ ਰਹਿਣ ਵਾਲਾ। ਸਾਹਿਬ ਸਾਚਾ, ਉਹ ਸਦਾ ਰਹਿਣ ਵਾਲਾ ਸਾਹਿਬ। ਸਾਚੀ ਨਾਈ, ਕਹਿੰਦੇ ਉਹਦੀ ਵਡਿਆਈ ਵੀ ਅਟਲ ਹੈ ਭੀ, ਕਹਿੰਦੇ ਹੁਣ ਵੀ ਹੈ, ਹੋਸੀ ਇਸ ਵੇਲੇ ਮੌਜੂਦ ਵੀ ਹੈ। ਜਾਏ ਨਾ ਜਾਸੀ, ਉਹ ਕਿਤੇ ਨਹੀਂ ਜਾਂਦਾ। ਰਚਨਾ ਜਿਨ ਰਚਾਈ, ਕਹਿੰਦੇ ਜਿਸ ਮਾਲਕ ਨੇ ਰਚਨਾ ਇਹ ਸਾਰੀ ਸ੍ਰਿਸ਼ਟੀ ਰਚੀ ਆ, ਉਹ ਹਰ ਵੇਲੇ ਮੌਜੂਦ ਹੈ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਰੰਗੀ ਰੰਗੀ ਭਾਂਤੀ, ਕਹਿੰਦੇ ਕਈ ਕਈ ਰੰਗਾਂ ਦੀ, ਕਈ ਕਿਸਮਾਂ ਦੀ ਮਾਲਕ ਨੇ। ਕਰ ਕਰ ਜਿਨਸੀ, ਜਿਨਸੀ ਭਾਵ ਕੇ ਜਾਤਾਂ ਦੇ, ਕਿਸਮਾਂ ਦੇ ਮਾਲਕ ਨੇ ਜੀਵ ਪੈਦਾ ਕੀਤੇ। ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਇਹ ਮਨੁੱਖ ਪੈਦਾ ਕੀਤੇ, ਪਤਾ ਨਹੀਂ ਕਿੰਨੀਆਂ ਰੰਗਾਂ, ਕਿੰਨੇ ਕਿਸਮਾਂ ਦੇ। ਤੇ ਗੁਰੂ ਪਿਆਰ ਵਾਲਿਓ, ਮਾਇਆ ਜਿਨ ਉਪਾਈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਨੇ ਮਾਇਆ ਪੈਦਾ ਕੀਤੀ, ਸੰਸਾਰ ਪੈਦਾ ਕੀਤਾ। ਕਰ ਕਰ ਵੇਖੈ ਕੀਤਾ ਆਪਣਾ, ਉਹ ਮਾਲਕ ਜਿਹੜਾ ਆਪਣਾ ਸਭ ਕੁਝ ਪੈਦਾ ਕਰਕੇ ਨਾਲੇ ਵੇਖ ਰਿਹਾ ਆ, ਇਹਨਾਂ ਦੀ ਸੰਭਾਲ ਵੀ ਕਰ ਰਿਹਾ, ਇਹਨਾਂ ਨੂੰ ਵੇਖ ਵੀ ਰਿਹਾ ਆ। ਜਿਵ ਤਿਸ ਦੀ ਵਡਿਆਈ, ਕਹਿੰਦੇ ਉਹ ਉਸ ਮਾਲਕ ਦੀ ਵਡਿਆਈ ਹੈ। ਜਿਵੇਂ ਉਹਨੂੰ ਭਾਉਂਦਾ, ਉਹਨੂੰ ਚੰਗਾ ਲੱਗਦਾ, ਉਹ ਕਰ ਰਿਹਾ ਆ, ਉਹ ਪੈਦਾ ਕਰ ਰਿਹਾ, ਵੇਖ ਵੀ ਰਿਹਾ, ਸੰਭਾਲ ਵੀ ਕਰ ਰਿਹਾ। ਜੋ ਤਿਸ ਭਾਵੈ ਸੋਈ ਕਰਸੀ, ਕਹਿੰਦੇ ਜੋ ਮਾਲਕ ਦੀ ਰਜ਼ਾ ਨਾ, ਉਹਨੇ ਉਹੀ ਕਰਨਾ। ਉਹਨੇ ਕਿਸੇ ਦੇ ਕਹੇ ਤੇ ਨਹੀਂ ਚੱਲਣਾ ਕਿ ਅਸੀਂ ਆਖੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਰ। ਜਿਵੇਂ ਅਸੀਂ ਕਈ ਵਾਰੀ ਕਹਿੰਦੇ ਕਿ ਮੀਂਹ ਪਵਾ ਦੇ, ਹੁਣ ਨਾ ਮੀਂਹ ਪਵਾ, ਤੂੰ ਆਹ ਕੰਮ ਕਰ ਦੇ, ਆਹ ਕਰ ਦੇ, ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਪਰ ਪਾਤਸ਼ਾਹ ਕਹਿੰਦੇ ਜੋ ਤਿਸ ਭਾਵੈ ਸੋਈ ਕਰਸੀ, ਜੋ ਉਹਨੂੰ ਭਾਉਂਦਾ ਉਹੀ ਸੰਸਾਰ 'ਚ ਹੋਣਾ ਆ। ਹੁਕਮ ਨਾ ਕਰਨਾ ਜਾਈ, ਮਾਲਿਕ ਜੀ ਕਹਿੰਦੇ ਅਸੀਂ ਹੁਕਮ ਨਹੀਂ ਕਰ ਸਕਦੇ ਉਹਨੂੰ, ਕਿ ਅਸੀਂ ਹੁਕਮ ਕਰੀਏ ਉਹਨੂੰ ਕਿ ਤੂੰ ਇਸ ਤਰ੍ਹਾਂ ਕਰ, ਇਸ ਤਰ੍ਹਾਂ ਕਰ। ਪਾਤਸ਼ਾਹ ਕਹਿੰਦੇ ਨੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਕਹਿੰਦੇ ਜਿਸ ਮਾਲਕ ਦਾ ਦਿੱਤਾ ਹੋਇਆ ਤੂੰ ਖਾਣਾ, ਉਹਨੂੰ ਸ਼ਾਬਾਸ਼ ਆਖ, ਉਹਦੀ ਵਡਿਆਈ ਕਰ, ਸਿਫਤ ਸਲਾਹ ਕਰ। ਨਾਨਕ ਹੁਕਮ ਨਾ ਚੱਲੀ, ਨਾਲ ਖਸਮ ਚੱਲੇ ਅਰਦਾਸ, ਕਹਿੰਦੇ ਤੇਰਾ ਹੁਕਮ ਨਹੀਂ ਚੱਲ ਸਕਦਾ, ਤੇਰੀ ਅਰਦਾਸ ਚੱਲ ਸਕਦੀ। ਤੂੰ ਅਰਦਾਸ ਕਰ ਸਕਦਾ ਉਸ ਮਾਲਕ ਅੱਗੇ, ਤੇਰੀ ਅਰਦਾਸ ਪ੍ਰਵਾਨ ਹੋ ਸਕਦੀ, ਤੇਰਾ ਹੁਕਮ ਨਹੀਂ ਚੱਲਣਾ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਮਾਲਕ ਜੀ ਕਹਿੰਦੇ ਉਹ ਜਿਹੜਾ ਪਾਤਸ਼ਾਹ ਹੈ ਉਹ ਸ਼ਾਹਾਂ ਦਾ ਵੀ ਪਾਤਸ਼ਾਹ ਹੈ। ਇਸ ਕਰਕੇ ਸਾਨੂੰ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਆ। ਉਹਦੀ ਰਜ਼ਾ ਵਿੱਚ ਰਵਾਂਗੇ, ਸਾਡਾ ਜੀਵਨ ਜਿਹੜਾ ਸਚਿਆਰਾ ਬਣ ਜਾਵੇਗਾ। ਉਹੀ ਵਿਚਾਰ ਆ ਗਈ ਨਾ, ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇੱਥੇ ਵੀ ਗੱਲ ਰਜ਼ਾ ਦੀ ਆ ਗਈ, ਨਾਨਕ ਰਹਿਣ ਰਜ਼ਾਈ। ਜੇ ਅਸੀਂ ਅਕਾਲ ਪੁਰਖ ਦੀ ਰਜ਼ਾ ਵਿੱਚ ਚੱਲਾਂਗੇ ਫਿਰ ਸਾਡਾ ਗਾਇਆ ਹੋਇਆ ਵੀ ਪ੍ਰਵਾਨ ਆ, ਸਾਡੀ ਵਡਿਆਈ ਕੀਤੀ ਹੋਈ ਵੀ ਪ੍ਰਵਾਨ ਹੈ। ਅਸੀਂ ਉਹਨੂੰ ਗਾਈਏ, ਉਹਦੀ ਸਿਫਤ ਸਲਾਹ ਕਰੀਏ, ਪਰ ਉਹਦੇ ਹੁਕਮ ਵਿੱਚ ਵੀ ਚੱਲੀਏ, ਉਹਦੀ ਰਜ਼ਾ ਵਿੱਚ ਚੱਲੀਏ। ਜੇ ਬੱਚਾ ਆਪਣੇ ਮਾਂ-ਬਾਪ ਦੇ ਹੁਕਮ ਵਿੱਚ ਚੱਲੇਗਾ, ਪਿਆਰ ਵਧੇਗਾ, ਪਰਿਵਾਰ ਦੇ ਅੰਦਰ ਖੁਸ਼ੀ ਵਾਲਾ ਮਾਹੌਲ ਹੋਵੇਗਾ। ਪਰ ਜੇਕਰ ਬੱਚਾ ਆਪਣੇ ਮਾਂ-ਬਾਪ ਦੇ ਹੁਕਮ ਵਿੱਚ ਨਹੀਂ ਚੱਲਦਾ ਨਾ, ਉੱਥੇ ਪਿਆਰ ਨਹੀਂ, ਉੱਥੇ ਲੜਾਈ ਝਗੜੇ ਹੋਣਗੇ। ਇਸੇ ਤਰ੍ਹਾਂ ਜੇਕਰ ਅਸੀਂ ਗੁਰੂ ਦੇ ਹੁਕਮ ਵਿੱਚ ਚੱਲਾਂਗੇ, ਸਾਡਾ ਗੁਰੂ ਨਾਲ ਪਿਆਰ ਬਣੇਗਾ। ਪਰ ਜੇ ਨਹੀਂ ਚੱਲਾਂਗੇ, ਸਾਡਾ ਜੀਵਨ ਦੁਖੀ ਹੋਵੇਗਾ। ਆਪਣੇ ਭਾਣੇ ਜੋ ਚੱਲੇ ਵਿਛੜ ਚੋਟਾਂ ਖਾਵੇ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ ਕਿ ਗੁਰੂ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ, ਕਿਉਂਕਿ ਉਹਦੀ ਰਜ਼ਾ ਬੜੀ ਬੇਅੰਤ ਹੈ, ਉਹਦਾ ਹੁਕਮ ਬੜਾ ਬੇਅੰਤ ਹੈ। ਸਤਿਗੁਰੂ ਜੀ ਰਹਿਮਤ ਕਰਨ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ। ਆਓ ਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।